ਜਦੋਂ ਅਸੀਂ ਚੁਕੰਨੇ ਨਹੀਂ ਹੋਵਾਂਗੇ, ਹੈ ਨਾ, ਖਰਾਬ ਜਗ੍ਹਾ 'ਤੇ ਕਵਿਤਾ ਨੂੰ ਐਨਕਰੇਜ ਕਰਾਂਗੇ, ਤੁਹਾਡੇ ਮੂਹਰੇ ਖਰਾਬ ਕਵੀ ਆਉਣਗੇ, ਤੁਹਾਨੂੰ ਖਰਾਬ ਕਵਿਤਾ ਸਿਖਾ ਕੇ ਜਾਣਗੇ, ਹੈ ਨਾ। ਮਤਲਬ ਇਹ ਸਾਡਾ ਹੱਕ ਹੈ। ਕੋਈ ਵੀ ਕਵੀ ਹੈ, ਵੱਡਾ ਛੋਟਾ, ਜੋ ਉਹਦੀ ਅੱਛੀ ਕਵਿਤਾ ਹੈ ਨਾ, ਉਹਨੂੰ ਮਾਣੋ, ਉਹਨੂੰ ਅੱਗੇ ਵਧਾਓ ਵੀ, ਹੈ ਨਾ, ਫੈਲਾਓ ਵੀ। ਪਰ ਜਿੱਥੇ ਦੀ ਕਵਿਤਾ ਮਾੜੀ ਹੈ ਤੇ ਉਹਨੂੰ ਮਾੜਾ ਕਹਿਣ ਦੀ ਜੁਰਤ ਵੀ ਕਰੋ, ਤੇ ਕਿਉਂ ਮਾੜੀ ਹੈ ਨਾ, ਇਹ ਬਹੁਤ ਜ਼ਰੂਰੀ ਹੈ ਨਾ, ਇਸ 'ਤੇ ਧਿਆਨ ਨਾਲ। ਮੈਂ ਦੋ ਕਵੀਆਂ ਨੂੰ ਲਵਾਂਗਾ, ਹੈ ਨਾ। ਇੱਕ ਬਜ਼ੁਰਗ ਅਤੇ ਇੱਕ ਸਾਡੇ ਨੇ, ਜਿਨ੍ਹਾਂ ਦੀਆਂ ਕੁਝ ਕਵਿਤਾਵਾਂ ਦੀ ਅਕਸਰ ਫਰਮਾਇਸ਼ ਹੁੰਦੀ ਹੈ, ਔਰ ਉਹ ਕਿਵੇਂ ਖਰਾਬ ਕਵਿਤਾਵਾਂ ਨੇ, ਕਿਉਂ ਖਰਾਬ ਕਵਿਤਾਵਾਂ ਨੇ, ਅਸੀਂ ਉਹਨਾਂ ਵੱਲ ਦੇਖਣਾ ਹੈ। ਇਹ ਦੋਏ ਕਵੀ ਮੇਰੇ ਪਸੰਦੀਦਾ ਕਵੀ ਨੇ, ਮੇਰੇ ਵਡੇਰੇ ਨੇ। ਮੈਂ ਇਹਨਾਂ ਦੋਵਾਂ ਤੋਂ ਬਹੁਤ ਕੁਝ ਸਿੱਖਿਆ, ਬਹੁਤ ਕੁਝ ਕੰਮ ਵੀ ਸਿੱਖਣਾ, ਹੈ ਨਾ। ਇਹਨਾਂ ਲਈ ਮੇਰਾ ਕੋਈ ਇਲਵਿਲ ਬਿਲਕੁਲ ਨਹੀਂ ਹੈ, ਮਗਰ ਜਿੱਥੇ ਪਰੇਸ਼ਾਨੀ ਹੈ ਉੱਥੇ ਹੈ ਨਾ। ਇਹ ਸਾਰਿਆਂ ਨੂੰ ਚਾਹੀਦਾ ਹੈ। ਤੁਹਾਨੂੰ ਕਿਤੇ ਵੀ ਹੋਏ ਕਵਿਤਾ ਲਿਖ ਕੇ ਰਾਈਟਰ ਨੂੰ ਭੇਜ ਦਿਓ, ਉਹਨੂੰ ਫ਼ੋਨ ਕਰੋ, ਹੈ ਨਾ, ਇੱਥੇ ਮੈਨੂੰ ਪਰੇਸ਼ਾਨੀ ਲੱਗ ਰਹੀ ਹੈ, ਕੀ ਹੈ, ਤੁਹਾਨੂੰ ਸੁਝਾਅ ਵੀ ਦੇ ਸਕਦੇ ਹੋ, ਐਸੀ ਕੋਈ ਗੱਲ ਨਹੀਂ ਹੈ, ਹੈ ਨਾ। ਜੇ ਕਵੀ ਹੈ ਤਾਂ ਸੁਝਾਅ ਮੰਨੇਗਾ, ਨਹੀਂ ਤਾਂ ਅਗਾਂਹ ਤੂੰ ਧਿਆਨ ਰੱਖੇਗਾ, ਹੈ ਨਾ। ਕਈ ਵਾਰ ਬੰਦੇ ਦੀ ਈਗੋ ਨਹੀਂ ਬੰਦੇ ਨੂੰ ਚੀਜ਼ਾਂ ਮੰਨਣ ਦਿੰਦੀ, ਪਰ ਫਿਰ ਅੱਗੇ ਜਿਹੜਾ ਉਹ ਮਤਲਬ ਧਿਆਨ ਰੱਖੇਗਾ, ਖਿਆਲ ਰੱਖੇਗਾ ਨਾ। ਦੂਸਰਾ, ਜਿਹੜੇ ਕੁਝ ਸ਼ਬਦ ਨੇ ਨਾ ਕਵਿਤਾ 'ਚ, ਜਿਵੇਂ ਕਹਿੰਦੇ ਕਲੀਸ਼ੇ, ਘਿਸੇ ਪਿਟੇ ਸ਼ਬਦ, ਉਹ ਦੇਖੋ ਕਵੀ ਕਿਵੇਂ ਵਰਤਦਾ ਹੈ ਨਾ। ਹੁਣ ਜ਼ਿੰਦਗੀ ਸ਼ਬਦ ਹੈ, ਇਤਨਾ ਵਰਤਿਆ ਜਾ ਚੁੱਕਿਆ ਹੈ ਨਾ, ਕਿ ਉਹ ਜ਼ਿੰਦਗੀ ਲੱਗਦਾ ਹੀ ਨਹੀਂ, ਹੈ ਨਾ। ਜਿਵੇਂ ਪਰਸੋਂ ਕਿਹਾ ਸੀ ਕਿ ਫੁੱਲ ਸ਼ਬਦ 'ਤੇ ਮੈਨੂੰ ਕੋਈ ਕਵਿਤਾ ਲਿਖਣ ਵਾਸਤੇ ਪਤਾ ਨਹੀਂ, ਮੈਂ ਤਾਂ ਉਲਟੀ ਕਰ ਦੂੰਗਾ ਬਈ, ਮੈਂ ਮਤਲਬ ਇਤਨਾ। ਪਰ ਜੋ ਉਸਨੇ ਲਿਖਿਆ, ਤੁਹਾਨੂੰ ਕਵਿਤਾ ਸੁਣਾਈ ਵੀ ਸੀ ਕਿ ਮੈਂ ਅਨਵਰ ਚੌਧਰੀ ਦੀ, ਹੈ ਨਾ। ਕਿਆ ਮਤਲਬ, ਜਦ ਇਸ ਹੱਦ ਤੱਕ ਕਵਿਤਾ ਜੇਕਰ ਸੂਖਮਤਾ ਹੈ ਨਾ, ਖੂਬਸੂਰਤੀ ਹੈ, ਫਿਰ ਉਹ ਕਲੀਸ਼ੇ ਨਹੀਂ ਹੈ, ਉਹ ਉਸੇ ਸ਼ਬਦ ਨੂੰ ਉਸਨੇ ਨਵਾਂ ਤਾਜ਼ਾ ਰੂਪ ਦੇ ਕੇ ਪੇਸ਼ ਕੀਤਾ ਹੈ। ਜੇ ਜਿਹੜੇ ਅਕਸਰ ਸ਼ਬਦ ਵਰਤਦੇ ਹਾਂ, ਜੇ ਉਹਨਾਂ ਦਾ ਕੋਈ ਨਵਾਂ ਤਾਜ਼ਾ ਰੂਪ ਸਾਹਮਣੇ ਨਹੀਂ ਆਉਂਦਾ, ਕਵਿਤਾ ਮਾੜੀ ਹੈ। ਕਵਿਤਾ ਭਾਸ਼ਾ ਨੂੰ ਨਵਾਂ ਰੂਪ ਦਿੰਦੀ ਹੈ, ਨਵਾਂ ਨਿਖਾਰ ਦਿੰਦੀ ਹੈ ਨਾ, ਸ਼ਬਦ ਨੂੰ ਨਵੀਂ ਤਹਿਜ਼ੀਬ ਦਿੰਦੀ ਹੈ ਨਾ, ਫਿਰ ਕਵਿਤਾ ਹੁੰਦੀ ਹੈ। ਅਤੇ ਬਹਰਹਾਲ, ਹੈ ਨਾ, ਜਿਵੇਂ ਕੁਛ ਸ਼ਬਦ ਨੇ, ਜਿਵੇਂ ਰਾਜਨੀਤਿਕ, ਠੀਕ ਹੈ, ਅਸੀਂ ਕਵਿਤਾ 'ਚ ਬਹੁਤ ਗਲਤ ਥਾਂ ਇਸਤੇਮਾਲ ਕਰ ਦਿੰਦੇ ਹਾਂ। ਸ਼ਬਦ ਮਾੜਾ ਨਹੀਂ ਹੈਗਾ, ਹੈ ਨਾ। ਜਿਵੇਂ ਕੱਲ੍ਹ ਇੱਕ ਕਿਤਾਬ ਦਿੱਤੀ ਇੱਕ ਸਾਹਿਬ ਨੇ, ਹੈ ਨਾ, ਉਹਦੇ ਵਿੱਚ ਇੱਕ ਫਿਕਰਾ ਸੀ। ਮੈਂ ਸਵੇਰੇ ਸਹਿਜ ਨਾਲ ਗੱਲ ਕਰ ਰਿਹਾ ਸੀ, ਮੈਂ ਕਿਤਾਬ ਖੋਲ੍ਹੀ, ਮੈਂ ਕਿਹਾ ਮੈਂ ਚਲੋ ਪੜ੍ਹਦਾ, ਬਾਹਰ ਬੈਠਾ ਹੋਇਆ ਸੀ, ਮੈਂ ਇੱਕ ਸੈਂਟੈਂਸ ਪੜ੍ਹਿਆ ਅਤੇ ਰਾਖਸ਼ ਨੇ ਉਸ ਨੂੰ ਬਹੁਤ ਗੁੱਸਾ ਕੀਤਾ। ਭਈ ਇਹ ਫਲੈਟ ਸਟੇਟਮੈਂਟ ਹੈ। ਗੁੱਸਾ ਕਿਵੇਂ ਕੀਤਾ? ਉਹਨੇ ਇੱਕ ਚੀਚੀ ਵੱਟੀ, ਘੂਰੀ ਵੱਟੀ, ਉੱਚਾ ਬੋਲਿਆ, ਗਾਲਾਂ ਕੱਢੀਆਂ, ਧਮਕਾਇਆ, ਗਲਾ ਫੜਿਆ, ਹੈ ਨਾ, ਕੀ ਕੀਤਾ? ਸੋ ਇਹ ਜਿਹੜਾ ਸਪੈਸੀਫਿਕ ਹੈ ਨਾ, ਜਦੋਂ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਵੀ ਸਪੈਸੀਫਿਕ ਹੋਣਾ ਕੀ ਹੈ, ਫਿਰ ਤੁਹਾਨੂੰ ਗੱਲ ਖੁੱਲ੍ਹ ਕੇ ਆਏਗੀ। ਮੈਂ ਆਲ ਇੰਡੀਆ ਰੇਡੀਓ 'ਤੇ ਕੰਮ ਕਰਦਾ ਸੀ। ਜਦੋਂ ਮੈਂ ਜੁਆਇਨਿੰਗ ਕੀਤੀ ਅਤੇ ਉਹਨਾਂ ਨੇ ਇੱਕ ਡਾਕਟਰ ਸੀ, ਡਾਕਟਰ ਸਖੀ ਮੁਹੰਮਦ, ਠੀਕ ਹੈ, ਉਹ ਬਹੁਤ ਘੱਟ ਬੋਲਦੇ ਸੀ, ਤਾਂ ਉਹਨਾਂ ਗੱਲ ਨਹੀਂ ਕਰਨੀ, ਲੇਕਿਨ ਬਹੁਤ ਲਾਇਕ ਆਦਮੀ ਸੀਗੇ। ਉਹਨਾਂ ਨੇ ਬੁਲਾ ਲਿਆ ਅਤੇ ਵਿਸ਼ਾ ਸੀ ਔਰਤਾਂ ਦੀਆਂ ਸਮੱਸਿਆਵਾਂ, ਅਤੇ ਨਾ ਅੱਛਾ ਉਹ ਰੇਡੀਓ 'ਤੇ ਆ ਗਏ। ਮੈਂ ਉਹਨਾਂ ਨੂੰ ਸਵਾਲ ਕਰ ਰਹਾ, ਉਹ ਕਹਿਣ ਯਾ, ਮੈਂ ਕਿਹਾ ਰੇਡੀਓ 'ਤੇ ਚਿਹਰਾ ਨਹੀਂ ਦਿਸਦਾ, ਹੈ ਨਾ, ਇੱਥੇ ਬੋਲੋ, ਆਵਾਜ਼ ਕੱਢੋ, ਹੈ ਨਾ। ਫਿਰ ਉਹ ਹਾਂ ਨਾ ਕਰਨ ਲੱਗ ਪਏ। ਫਿਰ ਜਿਵੇਂ ਮੈਂ ਇੱਕ ਸਵਾਲ ਕੀਤਾ, ਬਈ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹਨਾਂ ਨੂੰ ਕੀ ਖਾਣਾ ਚਾਹੀਦਾ ਹੈ ਨਾ। ਉਹ ਕਹਿੰਦੇ ਕੈਲਸ਼ੀਅਮ ਖਾਣਾ ਚਾਹੀਦਾ, ਵਿਟਾਮਿਨ ਖਾਣੇ ਚਾਹੀਦੇ, ਆਇਰਨ ਖਾਣਾ ਚਾਹੀਦਾ। ਮੈਂ ਕਿਹਾ ਉਹ ਆਇਰਨ ਵਿੱਚ ਸਰੀਆ ਖਾਵੇ, ਕਿਲ ਖਾਵੇ, ਨਟ ਬੋਲਟ ਖਾਵੇ, ਕੀ ਖਾਵੇ, ਹੈ ਨਾ। ਫਿਰ ਉਹਨਾਂ ਕਿਹਾ ਗੁੜ, ਹੈ ਨਾ, ਗੁੜ, ਉਹਨੂੰ ਉਹ ਗੁੜ ਖਾਣਾ ਚਾਹੀਦਾ ਹੈ, ਹਰੀ ਸਬਜ਼ੀ ਖਾਣੀ ਚਾਹੀਦੀ ਹੈ ਨਾ, ਫਿਰ ਹੈ ਨਾ, ਵੀ ਗੁੜ ਹਰੀ ਸਬਜ਼ੀ 'ਤੇ ਨਿੰਬੂ ਪਾ ਲੈਣਾ ਚਾਹੀਦਾ। ਸੋ ਇਹ ਜਿਹੜਾ ਹੈ ਨਾ ਕਿ ਆਇਰਨ ਖਾਣਾ ਚਾਹੀਦਾ, ਇਹ ਉਹੀ ਹੈ। ਰਾਕਸ਼ਸ ਬਹੁਤ ਗੁੱਸੇ ਹੋਇਆ, ਹੈ ਨਾ। ਦੋਵਾਂ 'ਚ ਕੋਈ ਫਰਕ ਨਹੀਂ ਹੈ, ਠੀਕ। ਹੁਣ ਤੁਸੀਂ ਸਮਝ ਜਾਓਗੇ, ਹੈ ਨਾ, ਬਈ ਜਨਰਲਾਈਜ਼ ਜਿਹੜੀਆਂ ਗੱਲਾਂ ਨੇ ਨਾ, ਅਦਬ ਹੈ ਅਤੇ ਆਮ ਭਾਸ਼ਾ 'ਚ ਥੋੜ੍ਹਾ ਹੀ ਫਰਕ ਹੁੰਦਾ, ਠੀਕ। ਅਦਬ ਕੁਛ ਗੱਲਾਂ ਦਾ ਥੋੜ੍ਹਾ ਧਿਆਨ ਰੱਖਦੀ ਹੈ, ਕਲਾ ਕੋਈ ਵੀ ਹੈ,
है ना। कला जिंदगी के एक हिस्से की अकासी होंगी है। पूरी जिंदगी का कैनवास बहुत वड्डा है ना, असीं तो फोकस नहीं कर सकते है ना। वो एक छोटे हिस्से ते फोकस करती है, उन्होंने थोड़े सामने लैके आती है। कविता च भी इस तरह ही होना बनता है। तुम लगता है कि जनरल गल्लां ने छड्ड दो, कविता नहीं हैगी, कुछ होर है। फिर तुसीं जो कविता लिख ली, पहले भी कह रहा सी, पहला ड्राफ्ट कोई सेंसरशिप नहीं, ठीक है, जो आंदा चिप दो। उस तो बाद देखो जो मैं कह रहा, ਇਹਦਾ कोई रेलेवेंस है, ये किते खड़दी है ना। जे नहीं खड़दी तो फिर ਉਹਨੂੰ बदलो, है ना। जे थोड़े अनुभव का हिस्सा नहीं है, ਹੁਣ ਅਸੀਂ अनुभव कर भी सकते हैं। जिवें तुसी एक कविता ਨੂੰ ਜਿਉਣਾ है, तुसी कविता लिखनी है, तुसी कि मैंने कविता लिखनी हैगी है सफाई वाले ना दे उसते, ठीक है बई, वो किवें सोचते हैं। ਹੁਣ तुसी अनुभव किस तरह करोगे, तुसी सड़क पर जाके झाड़ू लगाने नहीं लगे, है ना। जे तुसी दूर होकर लिखोगे वो कुछ होर गल होएगी, क्योंकि वो अनुभव नहीं है ना। फिर कविता किस तरह होएगी, है ना। जो बंदे नाल गल करोगे उसदा, फिर तुसी वो जिहड़ा उहदा वड्डा कैनवास है, उसने झाड़ू तो लैके लास्ट सड़क 2 किलोमीटर झाड़ू लगा रहा है, तुसी अपने होस्टल दे विच बई अज तू 2 महीने लिए कमरा मैं साफ़ करूँगा, ठीक है। जो तू साफ़ करोगे पौन वध गंद पाएंगे, है ना, तो तेन गुस्सा आन लगेगा, ये रोज़ गंद सुट देंगे है ना, ये रोज़ कागज़ सुट देंगे है, ठीक है। फिर तुसी उस बंदे की परेशानी नूं बहुत तरह नहीं पर कुछ समझन लगो पाओगे, है ना। वो जिहड़ा फस्ट हैंड एक्सपीरियंस है ना, असी यानी उस काम के कोल खड़ के, है ना, और उहदा एक टुकड़ा अडाप्ट करके कम से कम जब तुसी कविता लिखोगे, तुसी बंदे की कंडीशन सही बयान नहीं करो, बेशक नहीं होएगी अद्दे मैं कहांगा, पर उहदा कुछ सच होना है, और उहदे लई सहानुभूति जरूर होएगी कि भाई वो कितना इंपॉर्टेंट आदमी है ना। ये जो अनुभव जो गुजरना ना, ठीक, वो इस तरह है भी, है ना। असी दूजे अनुभव तो सीखते हैं, पर वो किते इंटरनलाइज होना चाहिए ना। वो इंटरनलाइज इस तरह ही होएगा कि असी उस कंसैप्ट नूं, उस सच नूं किसी होर थां जीवीए। बाकी साढ़े रोज़ के अनुभव होंदे ने, है ना। तुसी घरों होस्टल तक जा रही हो, उत्थों वापस आ रही हो, है ना, कितने अनुभव होंदे ने, कितने अनुभव, है ना। एक पत्ता टुकदा है, डिगदा है, उसके अंदर कविता पई है, कमाल की कविता पई है ना। गलैरी बई नेहा मैनू मेरी बेटी तो पढ़ती सी, वो कहती मैं सर्दियों बाहर पढ़ रही सी, तो ना मैं बिस्किट खा रही सी, कहती गलैरी आई मैनू बिस्किट दिता, कहता बिस्किट लैके जाके खोद के छुपा के फिर आ गई, ठीक, कहते मैंने एक होर दिता, ठीक। तो देखो छोटी जी गल है ना, कहते मैंने होर दिता, तो कहती वो फिर गई, फिर छुपा के आ गई, तो कहती इतनी एक गलैरी होर देख रही सी, मैं कहा उन्होंने भी देवां, कहती ये बिस्कुट लैन आई तो वह गलैरी का बिस्कुट कड्ढन लग पई छुपाया होया, ठीक है। तो कहती इन्हें बिस्कुट खड़िया, बिस्कुट साइड पर रखिया, फिर उहदे नाल लड़ी, उन्होंने भजाया, फिर जाके बिस्कुट दबाया, फिर वापस आ गई, ठीक। सो कमाल है, कविता है कि नहीं, है ना। ये साडा जीविया होया सच है ना, ठीक है। अच्छी कविता हो सकती साढ़े कोल ना, बहुत कुछ है। देखो जदों जिहड़ा जी साड़ी भाषा है ना, मतलब जी भाषा असीं बोलते हैं, घरां च बोलते हैं, है ना। अक्सर मैं अक्सर एक गल कहंदा हुंदा कि जे मैनू कोई अज भी कहेगा ना तो गां तो ऐसे लिखना है ना, अज भी कहेगा ना भी अंग्रेजी च, तो मैं 1.5 पेज तो अगे नहीं वध सकांगा, ये पक्की गल है ना। शी हैज़ 4 legs, जिवें असीं छोटे होंदे करदे सीगे, है ना, 2 ਕੰਨ ने 4 थन ने दुम है ना बस। पर जे तुसी अज भी तुसी पिंड के किसी बच्चे को कहोगे, है ना, कहो तो ऐसे लिखना है, तुसीं हिंदी च बोलो या अंग्रेजी च कहो, वो खिंच के 1 पेज तो अगे नहीं बढ़ेगा। पर तुसी उससे बच्चे को गां की गल कर, है ना, लै बोलन लग पेगा, साडी गां का नाँ है, उसका रंग ये है, वो ऐदिन सूई सी, उसकी बच्छी का रंग ये सी, है ना, वो गो ऐदा करती है ना, माँ दूध ऐदा दिंदी है, ठीक है। फिर मतलब भी, है ना, बई इन्हूं उहदे बॉडी इदा स्मैल आती है, ठीक है, वो इस वेले रोंदी है ना, उन्हें भुख लगन तो इस तरह बोलती है, प्यास लगन तो इस तरह बोलती है, या जे मैं उहदे बच्चे फड़दा वो किस तरह बोलती है, या दुध चोण वेले उन्हें मेरा पैर चुट दिता सी, मैं कोल खड़े होया सी, कितना कुछ है। तुसी चुप ही नहीं करन दोगे बच्चे, वो बोली जाएगा, क्योंकि वो भाषा जानता है, मतलब वो बिंब जानता है ना, अपनी भाषा अपना बिंब। जनरली क्या होंदा है, असी ना मतलब दूजी भाषा वाल आकर्षित होने लगते हैं, ठीक है। मेरे ख्याल अपनी भाषा ते जो तुसी बोलते हो, है ना,
ਪਿੰਡਾਂ ਵਿੱਚ ਉਹਨਾਂ ਦੇ ਬੜੀ ਖੂਬਸੂਰਤੀਆਂ ਹੁੰਦੀਆਂ ਨੇ। ਠੀਕ, ਦੂਸਰੀ ਭਾਸ਼ਾ ਵਿੱਚ ਅਸੀਂ ਨਾ ਮਤਲਬ ਆਕਰਸ਼ਿਤ ਹੋਣ ਲੱਗਦੇ ਹਾਂ। ਮੈਂ ਹਿੰਦੀ 'ਚ ਕਵਿਤਾ ਕਹਿੰਦਾ ਸੀ ਔਰ ਚੰਗੀ ਕਵਿਤਾ ਕਹਿੰਦਾ ਸੀ। ਠੀਕ ਹੈ, ਤੁਹਾਨੂੰ ਮੈਂ ਇੱਕ ਕਵਿਤਾ ਸੁਣਾਉਣਾ, ਫਿਰ ਮੈਂ ਸਵਿਚ ਔਨ ਕਿਸ ਤਰ੍ਹਾਂ ਹੋਇਆ ਇਸ ਪਾਸੇ ਨਾ। ਠੀਕ ਹੈ, ਸ਼ਾਇਦ ਮੈਂ ਗੱਲ ਕੀਤੀ ਹੋਵੇ, ਚਲੋ ਨਹੀਂ ਦੁਬਾਰਾ ਮੈਂ ਕਰ ਲੈਂਦਾ ਬਈ। ਔਰ ਮੈਨੂੰ ਮੇਰੀ ਭਾਸ਼ਾ 'ਚ ਇਤਨੀ ਖੂਬਸੂਰਤ, ਇਤਨੀ ਆਸਾਨ ਹੈ ਕਵਿਤਾ ਕਹਿਣੀ, ਹੈ ਨਾ, ਤਾਂ ਕੋਈ ਉਹ ਨਹੀਂ। ਤੁਹਾਨੂੰ ਹਿੰਦੀ ਸੁਣਾਉਂਦਾ ਫਿਰ। ਕਤਬਾ ਕਹਿੰਦੇ ਨੇ ਐਪੀਟੈਫ ਨੂੰ, ਕਬਰ ਪੱਟੀ, ਜਿਹੜੀ ਕਬਰ 'ਤੇ ਲਿਖਿਆ ਹੁੰਦਾ ਨਾ ਬੰਦਾ ਇਹ ਦਿਨ ਜੰਮਿਆ ਇਹ ਦਿਨ ਮਰਿਆ, है ना। वो मैं कतबा इस कब्र पर इसके मरने के संग जन्मा था, मुझ पर देखो पढ़ो ये जन्मा मरा कब है, शौक़ मनाओ इसके मरने का, जश्न मनाओ अपने जीने का, अफसोस मनाओ अपने मरने का, अपना कतबा घड़ने का, मुझको देख एहसास करो अपना कतबा पढ़ने का। सदियों से मैं यहाँ खड़ा हूँ, सदियों से मैं यहाँ खड़ा हूँ, कई लोगों को आते देखा, कई लोगों को जाते देखा, अब तो बूढ़ा कतबा हूँ मैं, मेरे आगे पीछे के तो सब कतबे जवान खड़े हैं, उनको पढ़ना कितना आसान, मुझको पढ़ना कितना मुश्किल, मैं तो हूँ अब मरने वाला, मैं भी एक दिन मर जाऊँगा, तुम मेरे कतबे पर लिखना बूढ़े कतबे मर जाते हैं, तुम मेरे कतबे पर लिखना बूढ़े कतबे मर जाते हैं। मैं इस कविता ਲਈ ਨੈਸ਼ਨਲ ਲੈਵਲ 'ਤੇ ਪ੍ਰਾਈਜ਼ ਲੈ ਲਿਆ। ਠੀਕ ਹੈ, ਮੈਨੂੰ ਲੱਗਾ ਕਿ ਮੈਂ ਕਮਾਲ ਕਰ ਦੂੰਗਾ। ਫਿਰ ਨਾ ਮੈਂ ਤਮਿਲਨਾਡੂ ਗਿਆ, ਮੇਰਾ ਇੱਕ ਮਲਿਆਲੀ ਦੋਸਤ ਜਿਹਨੂੰ ਹਿੰਦੀ ਆਉਂਦੀ ਸੀ, ਕਹਿੰਦਾ ਤੇਰੀ ਭਾਸ਼ਾ ਕਿਹੜੀ ਹੈ? ਮੈਂ ਪਠਵਾਰੀ ਬੋਲਦੇ ਹਾਂ ਅਸੀਂ। ਕਹਿੰਦਾ ਕੋਈ ਪਠਵਾਰੀ ਦੀ ਕਵਿਤਾ ਸੁਣਾ, ਫਿਰ ਉਹਦਾ ਅਨੁਵਾਦ ਕਰਕੇ ਦੱਸ। ਮੈਨੂੰ ਕਵਿਤਾ ਆਉਂਦੀ ਕੋਈ ਨਹੀਂ ਸੀ, ਹੈ ਨਾ। ਫਿਰ ਉਸ ਰਾਤ ਨਾ ਪਹਿਲੀ ਕਵਿਤਾ ਮੇਰੀ ਪਠਵਾਰੀ ਦੀ ਹੋਈ, ਅਤੇ ਸੱਚੀ ਮਤਲਬ ਨਾ ਯਾਨੀ ਜਿਵੇਂ ਹੁੰਦਾ ਨਾ ਬੰਦਾ ਨਹਾ ਕੇ ਨਿਕਲਿਆ। ਠੀਕ, ਉਸ ਤੋਂ ਬਾਅਦ ਮੈਂ ਹਿੰਦੀ ਲਿਖੀ ਹੀ ਨਹੀਂ ਬਈ। ਮਤਲਬ ਮੈਨੂੰ ਲੱਗਿਆ ਕਿ ਇਸ ਭਾਸ਼ਾ ਨਾਲ ਮੈਂ ਖੇਡ ਸਕਦਾ, ਮੈਂ, ਹੈ ਨਾ, ਮਤਲਬ ਮੈਂ ਸ਼ਬਦਾਂ ਨਾਲ ਨੱਚ ਸਕਦਾ, ਸ਼ਬਦਾਂ ਨੂੰ ਨਚਾ ਸਕਦਾ, ਹੈ ਨਾ, ਵੀ ਕਵਿਤਾ ਮੈਨੂੰ ਨਚਾ ਸਕਦੀ ਹੈ। ਸੋ ਉਹ ਜਿਹੜੀ ਭਾਸ਼ਾ ਹੈ ਨਾ, ਜਿਹੜੇ ਬਿੰਬ, ਮੇਰਾ ਕਬਰ ਦਾ ਹੈ ਨਾ, ਕਵਿਤਾ ਦਾਦ ਮਿਲਦੀ ਹੈ, ਕੋਈ ਗੱਲ ਨਹੀਂ ਹੈ, ਪਰ ਮੇਰਾ ਉਹ ਐਕਸਪੀਰੀਅੰਸ ਨਹੀਂ ਹੈ, ਹੈ ਨਾ, ਜਿਸ ਨੂੰ ਮੈਂ ਆਪਣੀ ਭਾਸ਼ਾ 'ਚ ਬੜੇ ਸਖੱਲੇ ਤਰੀਕੇ ਨਾਲ, ਹੈ ਨਾ, ਕਹਿ ਸਕਦਾ। ਸੋ ਬਹਰਹਾਲ ਅੱਜ ਅਸੀਂ ਪਹਿਲੀ ਕਵਿਤਾ ਲਾਵਾਂਗੇ ਨਵਤੇਜ ਭਾਰਤੀ ਹੋਰਾਂ ਦੀ। ਠੀਕ ਹੈ, ਘਾਹ ਕੱਟਣ ਵਾਲੀ ਮਸ਼ੀਨ। ਇਹ ਹੋਇਆ ਕਿ ਇਸ ਕਵਿਤਾ 'ਤੇ ਗੁਰਦੀਪ ਢਿੱਲੋਂ ਨੇ ਉਹ ਇੱਕ ਕਵਿਤਾ ਲੈ ਕੇ ਉਸ 'ਤੇ ਮਤਲਬ ਨਾ ਉਹ ਲਿਖ ਕੇ, ਯਾਨੀ ਪੋਜ਼ੀਟਿਵ ਗੱਲ ਹੈ ਨਾ, ਉਹ ਪਾਉਂਦੇ ਨੇ। ਉਹਨਾਂ ਇਸ ਕਵਿਤਾ 'ਤੇ ਲਿਖ ਕੇ ਪਾਇਆ, ਅਤੇ ਨਾ ਕਵਿਤਾ ਲੀਲਾ 'ਚ ਪਹਿਲੇ ਪੜ੍ਹੀ ਹੋਈ ਸੀ ਮੈਂ। ਅੱਛਾ, ਕਈ ਵਾਰ ਅਸੀਂ ਨਾ, ਮੈਨੂੰ ਲੱਗਿਆ ਪ੍ਰੋਬਲਮ ਹੈ, ਜਿਵੇਂ ਸਰ ਨੇ ਕਿਹਾ, ਅਤੇ ਸਾਨੂੰ ਲੱਗਿਆ ਪ੍ਰੋਬਲਮ ਹੈ ਨਾ, ਪਰ ਕਈ ਵਾਰ ਅਸੀਂ ਨਾ ਟਾਈਮ ਨਹੀਂ ਹੁੰਦਾ ਜਾਂ ਨਹੀਂ, ਮਤਲਬ ਫਿਰ ਉਸ ਦਿਨ ਦੁਬਾਰਾ ਪੜ੍ਹੋ, ਕੱਲੀ ਕਵਿਤਾ ਮਿਲ ਗਈ ਨਾ। ਲੀਲਾ ਚਲੇ ਇਹ ਛੱਡ ਦਿਓ, ਅਗਲੀ ਪੜ੍ਹ ਲਓ, ਹੈ ਨਾ। ਉਹ ਦਿਨ ਕੱਲੀ ਸੀ। ਮੈਂ ਕਿਹਾ ਨਹੀਂ, ਅੱਜ ਤਾਂ ਗੱਲ ਬਣਨੀ ਹੈ। ਅਤੇ ਨਾ ਉਹ ਫਿਰ ਮਤਲਬ ਫਿਰ ਗੱਲਾਂ ਹੋ ਗਈਆਂ। ਹੁਣ ਪਹਿਲਾਂ ਤੁਹਾਨੂੰ ਕਵਿਤਾ ਪੜ੍ਹਦਾ ਮੈਂ। ਘਾਹ ਕੱਟਣ ਵਾਲੀ ਮਸ਼ੀਨ। ਅੱਜ ਘਾਹ ਕੱਟਣ ਵਾਲੀ ਮਸ਼ੀਨ ਨਾਲ ਖਰਗੋਸ਼ ਦਾ ਇੱਕ ਨਿੱਕਾ ਜਿਹਾ ਬੋਟ ਕੱਟਿਆ ਗਿਆ। ਖੂਨ ਦੇ 2 ਕੁ ਛਿੱਟੇ ਮੇਰੇ ਉੱਤੇ ਪੈ ਗਏ। ਖੂਨ ਸੁੰਘਦੀ ਉਸ ਦੀ ਮਾਂ ਜੇ ਮੇਰੇ ਤੱਕ ਪਹੁੰਚ ਗਈ, ਮੈਂ ਉਸ ਦੀਆਂ ਅੱਖਾਂ ਵਿੱਚ ਕਿਵੇਂ ਝਾਂਕਾਂਗਾ? ਜੇ ਮੈਂ ਕਹਾਂਗਾ ਘਾਹ ਕੱਟਣ ਵਾਲੀ ਮਸ਼ੀਨ ਦੀਆਂ ਅੱਖਾਂ ਨਹੀਂ ਹੁੰਦੀਆਂ, ਉਹ ਘਾਹ ਹੀ ਨਹੀਂ ਕੱਟਦੀ, ਇਸ ਵਿਚਲੇ ਜੀਵ ਜੰਤੂ ਵੀ ਕੱਟ ਦਿੰਦੀ ਹੈ, ਉਹ ਮੇਰੀਆਂ ਅੱਖਾਂ ਵੱਲ ਝਾਕੇਗੀ, ਤਾਂ ਮੈਨੂੰ ਨੀਵੀਂ ਪਾ ਕੇ ਦੱਸਣਾ ਪਵੇਗਾ ਕਿ ਮੈਂ ਜਦੋਂ ਮਸ਼ੀਨ ਮਗਰ ਲੱਗਦਾ ਹਾਂ, ਵੇਖਣਾ ਭੁੱਲ ਜਾਂਦਾ ਹਾਂ। ਕਵਿਤਾ ਦਾ ਕੰਸੈਪਟ ਖੂਬਸੂਰਤ ਹੈ ਨਾ। ਨਵਾਂ ਨਿਵੇਕਲਾ ਨਹੀਂ, ਖੂਬਸੂਰਤ ਹੈ। ਹੁਣ ਗੱਲ ਚੰਗੀ ਲੱਗਦੀ ਹੈ ਨਾ, ਅਸੀਂ ਕਵਿਤਾ ਦੀ ਫਰਮਾਇਸ਼ ਕਰਨ ਲੱਗ ਪੈਂਦੇ। ਹੁਣ ਥੋੜ੍ਹੇ ਜਿਹੇ ਕਵਿਤਾ ਚੱਲੀਏ ਅਸੀਂ ਨਾ। ਹੁਣ ਕਵਿਤਾ ਦੇ ਅੰਦਰ ਮੰਤਕ ਕੀ ਹੈ ਨਾ, ਇਹ ਕਵਿਤਾ ਦਾ ਇੱਕ ਬਾਹਰੀ ਸਟਰਕਚਰ ਹੈ। ਹੁਣ ਕਵਿਤਾ ਅੰਦਰ ਕਿਤੇ ਟਿੱਕੇ ਕੀ ਟਿਕਿਆ, ਅਸੀਂ ਉਸ 'ਤੇ ਗੱਲ ਕਰਾਂਗੇ। ਕਵੀ ਘਾਹ ਕੱਟਣ ਵਾਲੀ ਮਸ਼ੀਨ ਕਿੱਥੇ ਚਲਾ ਰਿਹਾ ਹੈ? ਮੰਤਕ, ਦਲੀਲ ਕੀ ਹੈ ਇਸ ਦੀ? ਜ਼ਾਹਿਰ ਹੈ ਲਾਨ ਵਿੱਚ ਖਰਗੋਸ਼ ਦਾ ਬੋਟ ਕਿੱਥੋਂ ਆ ਗਿਆ? ਹੋ ਸਕਦਾ ਮਸ਼ੀਨ ਚੁੱਕ ਕੇ ਜੰਗਲ ਵਿੱਚ ਲੈ ਗਿਆ ਹੋਵੇ। ਜੰਗਲ ਵਿੱਚ ਤਾਂ ਬਿਜਲੀ ਜੇ ਪ੍ਰਬੰਧ ਹੈ ਤਾਂ, ਜਾਂ ਪੈਟਰੋਲ ਵਾਲੀ ਮਸ਼ੀਨ ਹੀ ਚੱਲ ਸਕਦੀ ਹੈ। ਬਹਰਹਾਲ ਮੰਤਕ ਇਹ ਹੈ ਕਿ ਕਵੀ ਜੰਗਲ ਵਿੱਚੋਂ ਮਸ਼ੀਨ ਨਾਲ ਘਾਹ ਕਿਉਂ ਵੱਢਣਾ ਚਾਹੁੰਦਾ ਹੈ? ਜੇ ਮਸ਼ੀਨ ਘਣੇ ਜੰਗਲ ਵਿੱਚ ਚੱਲ ਰਹੀ ਹੈ
ਤਾਂ ਫਿਰ ਉਹ ਵੱਡੀ ਮਸ਼ੀਨ ਹੋਵੇਗੀ ਜਿਸ 'ਤੇ ਟਰੈਕਟਰ ਵਾਂਗ ਬੈਠਿਆ ਜਾਂਦਾ ਹੈ, ਜਿਹੜੀ ਝਾੜੀਆਂ ਆਦਿ ਵੀ ਨਾਲ ਦੇ ਨਾਲ ਹੀ ਸਾਫ਼ ਕਰ ਦਿੰਦੀ ਹੈ। ਉਸ ਦੇ ਚਲਾਉਣ ਦੀ ਆਵਾਜ਼ ਤੇ ਮਾਰ ਦੀ ਲਪੇਟ ਵਿੱਚ ਬੋਟ ਦਾ ਪਤਾ ਕਿਵੇਂ ਲੱਗੇਗਾ? ਚਲੋ ਤਾਂ ਵੀ ਮੰਨ ਲਿਆ ਮਸ਼ੀਨ। ਖਰਗੋਸ਼ ਦੇ ਬੱਚੇ ਬੰਨੀ ਇੰਗਲਿਸ਼ ਨੂੰ ਗੋਸ਼ੂ ਜਾਂ ਗੋਸ਼ੀ ਆਖਦੇ ਹਨ। ਜੰਗਲੀ ਖਰਗੋਸ਼ ਦੇ ਬੱਚੇ ਨੂੰ ਸਾਹੋਲਾ ਜਾਂ ਸਾਹੋਲੀ। ਇੱਥੇ ਕਵੀ ਨੇ ਖਰਗੋਸ਼ ਦੇ ਬੱਚੇ ਲਈ ਸ਼ਬਦ ਬੋਟ ਵਰਤਿਆ ਹੈ। ਬੋਟ ਪੰਛੀ ਦਾ ਉਹ ਬੱਚਾ ਹੁੰਦਾ ਹੈ ਜਿਹਦੇ ਅਜੇ ਖੰਭ ਨਹੀਂ ਆਏ ਹੁੰਦੇ, ਜਿਹੜਾ ਅਜੇ ਆਲ੍ਹਣੇ 'ਚੋਂ ਬਾਹਰ ਨਹੀਂ ਆ ਸਕਦਾ। ਇੱਥੇ ਧਿਆਨ ਦੇਣ ਜੋ ਗੱਲ ਇਹ ਹੈ ਕਿ ਖਰਗੋਸ਼ ਆਪਣੇ ਬਹੁਤ ਛੋਟੇ ਬੱਚਿਆਂ ਨੂੰ ਰੁੱਡਾਂ ਵਿੱਚ ਲੁਕੋ ਕੇ ਰੱਖਦੇ ਨੇ, ਬ੍ਰੈਕਟ ਹਨੇਰੀ, ਗਰਮ ਅਤੇ ਵੱਧ ਕਾਰਬਨ ਡਾਈਆਕਸਾਈਡ ਵਾਲੀ ਜਗ੍ਹਾ 'ਤੇ। ਫਿਰ ਕਵੀ ਨੇ ਖਰਗੋਸ਼ ਦਾ ਬੋਟ ਘਾਹ 'ਤੇ ਕਿਉਂ ਰੱਖਿਆ ਹੈ? ਟੁਰਨ ਜੋਗਾ ਖਰਗੋਸ਼ ਦਾ ਬੱਚਾ ਤਾਂ ਮਸ਼ੀਨ ਦੀ ਆਵਾਜ਼ ਜਾਂ ਹਲਚਲ ਨਾਲ ਹੀ ਦੌੜ ਜਾਵੇਗਾ। ਫਿਰ ਖੂਨ ਸੁੰਘਦੀ ਉਸ ਦੀ ਮਾਂ ਉਹਦੀ ਮਾਂ। ਖਰਗੋਸ਼ ਨਿਰੇ ਸ਼ਾਕਾਹਾਰੀ ਜਾਨਵਰ ਹੁੰਦੇ ਹਨ। ਉਹ ਖੂਨ ਨਹੀਂ ਸੁੰਘ ਹੀ ਨਹੀਂ ਸਕਦੇ। ਸ਼ਾਕਾਹਾਰੀ ਮਾਂ ਤੋਂ ਬੱਚੇ ਦਾ ਖੂਨ ਸੁੰਘਾਉਣਾ ਇੱਕ ਵਿਭਤਸ ਬਿੰਬ ਹੈ। ਜੇ ਕਵੀ ਖਰਗੋਸ਼ ਦੇ ਬੱਚੇ ਦੀ ਜਗ੍ਹਾ ਕਿਸੇ ਸੋਹਣੀ ਦਿੱਖ ਵਾਲੇ ਮਾਸਾਹਾਰੀ ਜਾਨਵਰ ਦਾ ਬੱਚਾ ਲੈ ਲੈਂਦਾ ਤਾਂ ਕੀ ਗੱਲ ਨਹੀਂ ਸੀ ਬਣਨੀ? ਬੱਚੇ ਤਾਂ ਸਾਰੇ ਹੀ ਜਾਨਵਰਾਂ ਦੇ ਮਾਸੂਮ ਹੁੰਦੇ ਨੇ। ਕਵੀ ਟਟੀਰੀ ਜਿਹੜੀ ਘਾਹ 'ਤੇ ਅੰਡੇ ਦਿੰਦੀ ਹੈ ਕਵੀ ਟਟੀਰੀ ਜਾਂ ਕਿਸੇ ਹੋਰ ਪੰਛੀ ਦਾ ਬੋਟ ਵੀ ਤਾਂ ਲੈ ਸਕਦਾ ਸੀ। ਜੇ ਉਹ ਖੂਨ ਦੀ ਛਿੱਟੀਆਂ ਦੀ ਜਗ੍ਹਾ ਬੋਟ ਦੀ ਚੀਕ ਵਰਤਦਾ ਅਤੇ ਮਾਂ ਤੋਂ ਖੂਨ ਦੀ ਬੋਧ ਦੀ ਜਗ੍ਹਾ ਚੀਕ ਦਾ ਪਿੱਛਾ ਕਰਵਾਉਂਦਾ ਤਾਂ ਕਿ ਗੱਲ ਵਧੇਰੇ ਚੰਗੀ ਨਹੀਂ ਸੀ ਬਣਨੀ। ਇਸ ਕਵਿਤਾ ਦੀ ਜਾਨ ਇਹਦੇ ਸੰਬੋਧ ਵਿੱਚ ਹੈ। ਜੋ ਕਮਾਲ ਦਾ ਹੈ, ਮੈਨੂੰ ਲੱਗਦਾ ਹੈ ਕਵੀ ਕੋਲ ਜੰਗਲੀ ਜੀਵਾਂ ਦਾ ਨਿੱਜੀ ਅਨੁਭਵ ਨਹੀਂ ਹੈ। ਸ਼ਾਇਦ ਇਸੇ ਕਰਕੇ ਉਹਦਾ ਧਿਆਨ ਇਹਨਾਂ ਬਰੀਕੀਆਂ ਵੱਲ ਨਹੀਂ ਗਿਆ। ਕਵਿਤਾ ਤੁਸੀਂ ਪੜ੍ਹੀ ਤਾਂ ਮੰਤਕ ਦੇਖੋ ਡਿਵੈਲਪ ਕਿੱਥੋਂ ਹੋ ਰਹੀ ਹੈ। ਅਸਲੀ 'ਚ ਕੀ ਹੁੰਦਾ ਹੈ, ਅਕਸਰ ਮਤਲਬ ਗਲਤੀਆਂ ਕਰ ਲੈਂਦੇ ਹਾਂ। ਇੱਕ ਮਿੰਟ ਕਿ ਜਿਹੜਾ ਇੱਕ ਇੰਸਪੀਰੇਸ਼ਨ ਤੁਹਾਨੂੰ ਇੰਸਪੀਰੇਸ਼ਨ ਆਈ ਯਾਰ ਇਹ ਕਵਿਤਾ ਲਿਖਣੀ ਹੈ, ਅਸੀਂ ਭੱਜ ਪੈਂਦੇ ਹਾਂ, ਠੀਕ ਉਹ ਹੋ ਗਿਆ। ਪਰ ਉਹ ਲਿਖਣ ਦੇ ਬਾਅਦ ਫਿਰ ਵਿਜੇ ਕੋਲ ਲਿਖਿਆ ਕਿ ਉਹ ਸਹੀ ਹੈ ਜੋ ਜਿਸ ਤੱਥ ਦਾ ਮੈਨੂੰ ਅਨੁਭਵ ਨਹੀਂ ਹੈ। ਇੱਕ ਹੋਰ ਗੱਲ ਜੇ ਸਾਨੂੰ ਅਗਰ ਚੀਜ਼ ਦਾ ਬਹੁਤ ਤਗੜਾ ਅਨੁਭਵ ਹੈ ਤਾਂ ਵੀ ਕਵਿਤਾ ਨਹੀਂ ਆਉਂਦੀ ਜੀ, ਕਿਉਂਕਿ ਮਤਲਬ ਤੁਸੀਂ ਉਸ ਕੁਛ ਜਿਹੜੀ ਪਰਦਾਦਾਰੀ ਹੈ ਜਿਹੜੀ ਭੱਜਣ ਲਈ ਜਗ੍ਹਾ ਚਾਹੀਦੀ ਹੈ ਜਿੱਥੇ ਕੁਛ ਗੈਪ ਵੀ ਚਾਹੀਦਾ ਹੈ, ਉਹ ਜਗ੍ਹਾ ਬਚੀ ਰਹਿੰਦੀ ਹੈ ਜੋ ਤੁਸੀਂ ਅਗਰ ਮੈਥੀਮੈਟੀਸ਼ੀਅਨ ਹੋ, ਤੁਸੀਂ ਕਵਿਤਾ ਲਿਖਦੇ ਹੋ, ਤੁਸੀਂ ਮੈਥੀਮੈਟਿਕਸ 'ਤੇ ਕਵਿਤਾ ਨਹੀਂ ਲਿਖ ਸਕੋਗੇ। ਤੁਸੀਂ ਉਹਨੂੰ ਇੰਨੇ ਤਰੀਕੇ ਨਾਲ ਜਾਣਦੇ ਹੋ ਕੁਛ ਇੱਕ ਜਿਹੜਾ ਛੁੱਟਿਆ ਰਹਿੰਦਾ ਜਿਹਨੂੰ ਕਹਿੰਦੇ ਜਿਹਦੀ ਪਰਦਾਦਾਰੀ ਹੈ ਜਿਹੜਾ ਅਣਕਿਹਾ ਹੈ, ਉਹ ਅਣਕੇ ਦੀ ਤਲਾਸ਼ ਹੈ। ਪਰ ਤੁਸੀਂ ਜਿਸ ਕਹੇ ਦੇ ਰਾਹੀਂ ਅਣਕਹੇ ਵੱਲ ਵੱਧ ਰਹੇ ਹੋ, ਉਸ ਕਹੇ ਬਾਰੇ ਪਤਾ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ। ਕਾਲਰਿਜ ਦੀ ਇੱਕੋ ਕਵਿਤਾ ਕੁਬਲਾ ਖਾਨ ਜਿਹੜੀ ਕਿ ਬਹੁਤ ਵੱਡਾ ਵਿਦਵਾਨ ਸੀਗਾ, ਸਾਰੇ ਜਾਣਦੇ ਨੇ ਬਹੁਤ ਸਕਾਲਰ ਆਦਮੀ ਸੀਗਾ, ਪਰ ਉਹ ਕਵਿਤਾ 'ਚ ਨਹੀਂ ਕਰ ਪਾਇਆ ਕਿਉਂਕਿ ਉਹ ਬਹੁਤ ਕੁਝ ਜਾਣਦਾ ਸੀ ਜਿਹੜਾ ਅਣਕਿਹਾ ਹੈ ਜਿਹੜਾ ਜਾਂ ਅਣਕਹੇ ਦੀ ਜਿਹੜੀ ਡਿਜ਼ਾਇਰ ਹੈ ਉਹ ਬਚੀ ਰਹਿਣੀ ਚਾਹੀਦੀ ਹੈ। ਤਾਂ ਅਸੀਂ ਭੱਜਦੇ ਹਾਂ ਬਈ ਜੋ ਅਸੀਂ ਕਿਹਾ ਉਹ ਫੈਕਟ ਹੋਣਾ ਚਾਹੀਦਾ, ਪਰ ਜਿਹਦੇ ਵੱਲ ਇਸ਼ਾਰਾ ਕਰ ਰਿਹਾ ਹੈ ਕੁਝ ਵੱਡਾ ਕਾਸਾ ਕਿ ਅਸੀਂ ਨਹੀਂ ਕਿਹਾ, ਜਿਹੜਾ ਪਾਠਕ ਨੇ ਸੋਚਣਾ ਹੈ, ਪਾਠਕ ਨੇ ਚਿਤਵਣਾ ਹੈ, ਉਹਦੇ ਲਈ ਗੈਪ ਬਣੇ ਰਹਿਣਾ ਚਾਹੀਦਾ। ਇੱਕ ਹੋਰ ਕਵਿਤਾ ਵਿਜੇ ਵੇਕੋਰੀ ਵੀ ਬੜੇ ਮਤਲਬ ਮੇਰੇ ਪਿਆਰੇ ਕਵੀਆਂ ਚੋਂ ਹੈ ਮੋਤੀ ਸਿਤਾਰੇ ਫੁੱਲ ਵੇ ਮਤਲਬ ਗੀਤ ਸੁਣ ਕੇ ਬੰਦਾ ਵਾਰੀ ਵਾਰੀ ਜਾਂਦਾ ਹੈ। ਪਿੰਡ ਇੱਕ ਹੋਰ ਗੀਤ ਹੈ ਜੋਗੀ ਚੱਲੇ, ਜਿਹਦੀ ਕਿ ਅਕਸਰ ਫਰਮਾਇਸ਼ ਹੁੰਦੀ ਹੈ ਹੁਣ ਥੋੜ੍ਹੀ ਜਿਹੀ ਗੱਲ ਕਰਾਂਗੇ ਅਸੀਂ ਇਸ ਗੀਤ ਦੇ ਸੰਬੋਧ ਬਾਰੇ। ਪਹਿਲਾ ਜੋਗੀ ਚੱਲੇ। ਜੋਗੀ ਠਹਿਰਾਵ ਦਾ ਨਾਮ ਹੀ ਨਹੀਂ ਹੈ, ਠੀਕ ਹੈ। ਜੋਗੀ ਦਾ ਅਰਥ ਹੀ ਹੈ ਚੱਲਣ ਵਾਲਾ, ਜਿਹੜਾ ਰੁਕਿਆ ਹੋਇਆ ਨਹੀਂ ਹੈ ਠੀਕ ਹੈ, ਕਿ ਜਿਹੜਾ ਕਿਤੇ ਨਹੀਂ ਰੁਕਿਆ, ਉਹ ਚਲਾਇਮਾਨ ਹੈ। ਜਦੋਂ ਜੋਗੀ ਚੱਲੇ ਤਾਂ ਕਿੱਧਰ ਚੱਲੇ? ਫਿਰ ਇੱਕ ਡਾਇਰੈਕਸ਼ਨ ਹੈ ਖੇਤ ਚੱਲਿਆ, ਕੰਮ ਕਰਨ ਚੱਲਿਆ। ਜੋਗ ਠਹਿਰਨ ਦਾ ਨਾਂ, ਚੱਲਣ ਦਾ ਨਾਂ ਹੀ ਨਹੀਂ ਹੈਗਾ। ਫਿਰ ਉਸ ਕਵਿਤਾ ਜਿਹੜੀ ਅੰਦਰਲੀ ਮੰਤਕ ਦਲੀਲ ਜਿਹੜਾ ਬੇਸਿਕ ਤਰਕ ਹੈ ਉਹ ਖਾਜ ਹੋ ਜਾਂਦਾ।
ਫਿਰ ਉਸ ਤੋਂ ਬਾਅਦ ਅੱਛਾ ਇਹ ਕਵਿਤਾ ਪਸੰਦ ਕਿਉਂ ਆ ਰਹੀ ਹੈ ਸਾਰਿਆਂ ਨੂੰ, ਪਹਿਲੇ ਉਹ ਗੱਲ ਕਰਦਾ ਮੈਂ। ਇਸ ਕਵਿਤਾ ਦੇ ਅੰਦਰ ਇੱਕ ਮਿਊਜ਼ਿਕ ਪਿਆ ਹੋਇਆ ਹੈ ਨਾ, ਬੋਲਣ ਦਾ ਮਿਊਜ਼ਿਕ। ਮੇਰੀ ਵਿਜੇ ਵਿਵੇਕ ਨਾਲ ਗੱਲ ਹੋਈ, ਕਹਿੰਦੇ ਕਵਿਤਾ ਹੰਸ ਨੇ ਗਾਈ, ਕਦੇ ਖਰਾਬ ਕਰਤੀ, ਕਿਸੇ ਹੋਰ ਨੇ ਗਾਈ ਖਰਾਬ ਕਰਤੀ। ਮੈਂ ਕਵਿਤਾ ਖਰਾਬ ਹੋਣ ਵਾਲੀ ਹੀ ਹੈਗੀ ਹੈ, ਠੀਕ, ਇਹ ਗਾਈ ਨਹੀਂ ਜਾ ਸਕਦੀ। ਇਹ ਸਾਰੇ ਐਸੇ ਅਮੂਰਤ ਬਿੰਬ ਜਿਹੜੇ ਹੈ ਹੀ ਨਹੀਂ। ਮੈਂ ਕਿ ਇਹ ਕਵਿਤਾ ਟੈਕਸਟ ਤੋਂ ਬਾਹਰ ਇਹਦਾ ਆਭਾਸ ਹੁੰਦਾ ਹੈ ਨਾ। ਇਟਸ ਅ ਵਰਚੁਅਲ ਪੋਇਮ ਜਿਹੜੀ ਕਿ ਤੁਹਾਡੇ ਬੋਲਣ ਨਾਲ, ਤੁਹਾਡੀ ਰਿਦਮ ਨਾਲ ਉਹ ਕਵਿਤਾ ਖੜੀ ਹੋਣ ਦਾ ਆਭਾਸ ਹੁੰਦਾ। ਕਵਿਤਾ ਨਹੀਂ ਹੁੰਦੀ, ਕਵਿਤਾ ਹੈ ਨਹੀਂ, ਹੈ ਨਾ। ਥੋੜ੍ਹੀ ਜਿਹੀ ਗੱਲ ਕਰਾਂਗੇ ਇਸ 'ਤੇ, ਫਿਰ ਮੈਂ ਆਪਣੀ ਜਗ੍ਹਾ ਲਾਵਾਂਗਾ। ਅਸੀਂ ਫਿਰ ਤੁਹਾਨੂੰ ਸੁਣਾਂਗੇ ਅਤੇ ਕ੍ਰਿਸ਼ਨ ਨੂੰ ਸੁਣਾਂਗੇ। ਹਾਂ, ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ। ਤੁਸੀਂ ਇਹ ਦੱਸੋ ਠੰਡੀ ਛਾਂ ਚੁੱਕੀ ਜਾ ਸਕਦੀ ਹੈ? ਇਮੇਜਿਨ ਕਰੋ, ਬਸ ਦ੍ਰਿਸ਼ ਸਾਹਮਣੇ ਹੋਣੇ ਚਾਹੀਦੇ ਨੇ, ਹੈ ਨਾ। ਕੋਈ ਛਾਂ ਚੁੱਕ ਕੇ ਜਾ ਰਿਹਾ, ਦਿਸ ਸਕਦਾ ਹੈ ਨਾ। ਸਾਮ ਮਿਲਣ ਲਈ ਮਿੱਠੀਆਂ ਥਾਵਾਂ, ਠੀਕ ਹੈ। ਆ ਚੁੱਕ ਰਿਸ਼ਤੇ ਦਾ, ਆ ਚੁੱਕ ਇਸ ਰਿਸ਼ਤੇ ਦਾ ਨਾਵਾਂ, ਆ ਚੁੱਕ ਦੁਨੀਆ ਦਾ ਸਿਰਨਾਵਾ। ਪਰ ਦੁਨੀਆ ਦਾ ਕੀ ਸਿਰਨਾਵਾ ਹੈ? ਹੁਣ ਖਾਲੀ ਅਸੀਂ ਸਿਰਨਾਵਾ ਲੈ ਲਈਏ, ਛੱਡੀਏ, ਹੈ ਨਾ। ਵੀ ਤੁਹਾਡਾ ਸਿਰਨਾਵਾ ਹੈ, ਤੁਹਾਡਾ ਘਰ, ਤੁਹਾਡੀ ਯੂਨੀਵਰਸਿਟੀ, ਠੀਕ ਹੈ। ਐਜ਼ਿਊਮਡ ਸਪੇਸ ਹੈ ਕਿ ਤੁਸੀਂ ਇੱਥੇ ਹੋਵੋਗੇ। ਖਤ ਪਾਤਾ ਉਹਨਾਂ ਨੇ ਡਿਪਾਰਟਮੈਂਟ ਆਫ ਪੰਜਾਬੀ, ਹੈ ਨਾ। ਉਹ ਇੱਕ ਮਿਥੀਕਲ ਸਪੇਸ ਹੈ ਨਾ, ਜਿਹੜਾ ਸਿਰਨਾਵਾ ਹੈ ਵੀ ਤੁਸੀਂ ਇੱਥੇ ਹੋਵੋਗੇ, ਇਹ ਅਸੀਂ ਅਜ਼ਿਊਮ ਕਰਦੇ ਹਾਂ, ਹੈ ਨਾ। ਵੀ ਤੁਹਾਡੇ ਕੋਲ ਚਿੱਠੀ ਆ ਕੇ ਤੁਸੀਂ ਬਾਹਰ ਗਏ ਹੋਏ ਹੋ, ਤੁਸੀਂ ਉੱਥੇ ਤਾਂ ਹੈ ਨਹੀਂ, ਤੁਹਾਡਾ ਸਿਰਨਾਵਾ ਉਹ ਨਹੀਂ ਹੈਗਾ ਉਸ ਵੇਲੇ, ਹੈ ਨਾ। ਤੁਸੀਂ ਬੱਸ 'ਚ ਬੈਠੇ ਹੋ, ਹੈ ਨਾ, ਤੁਸੀਂ ਮਾਮੀ ਦੇ ਘਰੇ ਗਏ ਹੋ, ਪਰ ਚਿੱਠੀ ਵਾਰ ਪਾਉਣ ਵਾਲੇ ਨੇ ਅਜ਼ਿਊਮ ਕਰਕੇ ਪਾਇਆ ਉਹ, ਹੈ ਨਾ। ਉਹ ਇੱਕ ਐਸਾ ਸਪੇਸ, ਇੱਕ ਵਰਚੁਅਲ ਸਪੇਸ, ਇੱਕ ਸਾਈਕੋਲੋਜੀਕਲ ਸਪੇਸ ਹੈ ਪਾਉਣ ਵਾਲੇ ਵਾਸਤੇ। ਤੁਸੀਂ ਦੇ ਅੰਦਰ ਮੌਜੂਦ ਹੋ ਸਕਦੇ ਹੋ, ਹੈ ਨਾ। ਹੁਣ ਘਰ ਇੱਕ ਵੱਡਾ ਸਪੇਸ ਹੈ, ਤੁਸੀਂ ਘਰ ਦੇ ਅੰਦਰ ਕਿੱਥੇ ਹੋ, ਹੈ ਨਾ। ਉਹ ਜਿਹੜਾ ਨਾ ਸਿਰਨਾਵਾ ਇਹ ਕੋਈ ਖਾਸ ਲੋਕੇਸ਼ਨ ਨਹੀਂ ਹੈਗੀ ਹੈ, ਅਜ਼ਿਊਮਡ ਲੋਕੇਸ਼ਨ ਹੈ। ਤੁਸੀਂ ਕਿਸ ਨੂੰ ਚੁਕਾ ਨਹੀਂ ਸਕਦੇ। ਦੁਨੀਆ ਦਾ ਸਿਰਨਾਵਾ ਕਿਹੜਾ ਹੈ? ਕੋਈ ਐਸਾ ਹੋ ਸਕਦਾ ਹੈ? ਦੁਨੀਆ ਦਾ ਕੀ ਸਿਰਨਾਵਾ ਹੈ ਨਾ। ਨਹੀਂ, ਮਤਲਬ ਗੱਲ ਬਣਦੀ ਨਹੀਂ, ਹੈ ਨਾ। ਅੱਛਾ, ਆ ਚੁੱਕ ਸ਼ੋਹਰਤ, ਆ ਚੁੱਕ ਰੁਤਬਾ, ਆ ਚੁੱਕ ਬੱਲੇ ਬੱਲੇ। ਭਈ ਤੁਸੀਂ ਸ਼ੋਹਰਤ ਕਿਸੇ ਨੂੰ ਕਿਵੇਂ ਚੁਕਾ ਸਕਦੇ ਹੋ? ਬੱਲੇ ਬੱਲੇ ਹੋ ਚੁੱਕਿਆ ਹੈ। ਇੱਕ ਜਿਹੜਾ ਹੈ ਨਾ, ਅਸੀਂ ਜੋ ਇੱਕ ਇਮੋਸ਼ਨ ਤੁਸੀਂ ਵਰਤ ਚੁੱਕੇ ਹੋ। ਤੁਸੀਂ ਵਧੀਆ ਕਵਿਤਾ ਲਿਖੀ, ਤੁਹਾਨੂੰ ਟੀਚਰ ਨੇ ਸ਼ਾਬਾਸ਼ ਦਿੱਤੀ, ਹੈ ਨਾ, ਗੱਲ ਹੋ ਗਈ। ਤੁਸੀਂ ਕਹੋ ਜਾ ਕੇ 4 ਸਾਲਾਂ ਬਾਅਦ ਤੁਹਾਡੀ ਸ਼ਾਬਾਸ਼ ਵਾਪਸ ਕਰਦਾ, ਠੀਕ, ਉਹ ਨਹੀਂ ਹੋ ਸਕਦਾ ਯਾਰ। ਜਿਹੜੀਆਂ ਇੰਪੋਸੀਬਿਲਿਟੀਜ਼ ਨੇ, ਹੈ ਨਾ, ਅਸੀਂ ਇਹ ਭਾਸ਼ਾ 'ਚ ਇਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਹਾਂ। ਮਤਲਬ ਇੱਕ ਨਾ ਮੈਜਿਕ ਕ੍ਰੀਏਟ ਕਰਨ ਦੀ, ਮੈਜਿਕ ਨਹੀਂ ਕਹਾਂਗੇ, ਧੁੰਦ ਕ੍ਰੀਏਟ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਮੈਜਿਕ ਤਾਂ ਨਹੀਂ ਕਹਾਂਗਾ ਇਹਨੂੰ ਨਾ, ਕਿ ਧੁੰਦ ਕ੍ਰੀਏਟ ਕਰ ਲਓ। ਮੈਂ ਨਹੀਂ ਕਹ ਰਿਹਾ ਯਾਰ ਜਾਣ-ਬੁੱਝ ਕੇ ਕੀਤੀ ਹੈ, ਇਹ ਨਹੀਂ ਹੈ, ਹੋ ਗਈ, ਹੈ ਨਾ। ਪਰ ਪ੍ਰੋਬਲਮ ਇਹੀ ਹੈ ਕਿ ਰੀਵਿਜ਼ਿਟ ਨਹੀਂ ਹੋਇਆ, ਹੈ ਨਾ। ਚਲੋ ਇਹ ਵੀ ਠੀਕ ਹੈ, ਮਤਲਬ ਵੀ ਅਸੀਂ ਕਹਿ ਸਕਦੇ ਹਾਂ ਬੈਡ ਪੋਇਟਰੀ ਦੀ ਗੁੱਡ ਐਗਜ਼ਾਮਪਲ ਹੈ ਸਾਡੇ ਕੋਲ, ਹੈ ਨਾ। ਬਈ ਵੱਡਾ ਬੰਦਾ ਵੀ ਖਰਾਬ ਕਵਿਤਾ ਲਿਖ ਸਕਦਾ, ਇਹ ਕੋਈ ਗੱਲ ਨਹੀਂ ਹੈਗੀ। ਪਰ ਜਦੋਂ ਅਸੀਂ ਉਹਨਾਂ ਨੂੰ ਉਹ ਕਵਿਤਾ ਕਹਿਣ ਲਈ, ਪੜ੍ਹਨ ਲਈ ਐਨਕਰੇਜ ਕਰਾਂਗੇ, ਹੈ ਨਾ। ਸਾਡੇ ਬਹੁਤ ਸਾਰੇ ਜਿਹੜੇ ਸਾਡੇ ਨਵੇਂ ਸਿੱਖਣ ਵਾਲੇ ਨੇ, ਨਵੇਂ ਪੜ੍ਹਨ ਵਾਲੇ ਨੇ, ਹੈ ਨਾ, ਉਹਨਾਂ ਨੂੰ ਅੱਛੀ ਅਤੇ ਮਾੜੀ ਰਚਨਾ ਵਿੱਚ ਨਾ ਉਹ ਕਰਨਾ ਨਹੀਂ ਆਏਗਾ, ਹੈ ਨਾ। ਮੈਂ ਕਵਿਤਾ ਦੀ ਬਹੁਤ ਨਹੀਂ ਛਿੱਲ ਉਤਾਰੂੰਗਾ। ਹੁਣ ਤੁਸੀਂ ਸਾਰੀ ਕਵਿਤਾ ਆਪ ਪੜ੍ਹਨੀ ਹੈ, ਸੁਣਨੀ ਹੈ, YouTube 'ਤੇ ਪਈਆਂ ਹੋਈਆਂ ਨੇ, ਹੈ ਨਾ। ਫਿਰ ਦੇਖੋ ਤੁਸੀਂ ਇਹਦੇ 'ਚ ਕੀ ਪੋਸੀਬਲ ਹੈ। 2-4 ਪੰਕਤੀਆਂ 'ਚ ਕਵਿਤਾ ਹੈਗੀ, ਹੈ ਨਾ, ਬਾਕੀ ਸਾਰੀਆਂ ਇੰਪੋਸੀਬਿਲਿਟੀਜ਼ ਨੇ, ਹੈ ਨਾ। ਬਸ ਮੈਂ ਨਹੀਂ ਕਹਾਂਗਾ ਕਵਿਤਾ ਨੂੰ ਸੁਣਨ ਲੱਗੇ ਬਹੁਤ ਖਾਸ ਧਿਆਨ ਦਿਓ। ਜੋ ਬੰਦਾ ਕਹਿ ਰਿਹਾ, ਕਿਉਂ ਕਹਿ ਰਿਹਾ, ਉਹਦਾ ਕੀ ਤਰਕ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਉਸ ਨਾਲ ਅਸੀਂ ਅੱਛੀ ਕਵਿਤਾ ਨੂੰ ਐਨਕਰੇਜ ਕਰਾਂਗੇ, ਖਰਾਬ ਕਵਿਤਾ ਨੂੰ ਰੋਕਾਂਗੇ, ਹੈ ਨਾ। ਅਤੇ ਅਸੀਂ ਖਰਾਬ ਸੁਣਨ ਨੂੰ ਬਚ ਜਾਵਾਂਗੇ, ਖਰਾਬ ਹੋਣ ਤੋਂ ਬਚ ਜਾਵਾਂਗੇ। ਅਸੀਂ ਹੁਣ ਕ੍ਰਿਸ਼ਨ ਨੂੰ ਸੁਣਨਾ ਹੈ, ਤੁਹਾਨੂੰ ਸੁਣਨਾ ਹੈ, ਅਤੇ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਬੱਚਿਆਂ ਕੋਲ ਕਵਿਤਾ ਹੈ ਨਾ, ਜਿਨ੍ਹਾਂ ਸਿਖਿਆਰਥੀਆਂ ਕੋਲ ਕਵਿਤਾ ਹੈ, ਜਿਹੜੇ ਕਵਿਤਾ ਲਿਖਦੇ ਨੇ, ਪਲੀਜ਼ ਆ ਕੇ ਆਪਣੀ ਕਵਿਤਾਵਾਂ ਪੜ੍ਹੋ। ਕਵਿਤਾ ਹੈ ਚੱਪਲ। ਟੁੱਟੀ ਚੱਪਲ ਨੂੰ ਤੋਪੇ ਮਾਰਦੀ ਮਾਂ, ਟੁੱਟੀ ਚੱਪਲ ਨੂੰ ਤੋਪੇ ਮਾਰਦੀ ਮਾਂ, ਮੂੰਹ ਨਾਲ ਖਿੱਚਦੀ ਸਖਤ ਰਬੜ ਵਿੱਚੋਂ ਸੂਈ। ਟੁੱਟੀ ਚੱਪਲ ਨੂੰ ਤੋਪੇ ਮਾਰਦੀ ਮਾਂ, ਮੂੰਹ ਨਾਲ ਖਿੱਚਦੀ ਸਖਤ ਰਬੜ ਵਿੱਚੋਂ ਸੂਈ, ਅਤੇ ਪੈਰ 'ਚ ਪਾ ਲੈਂਦੀ ਚੱਪਲ, ਪੈਰ 'ਚ ਪਾ ਲੈਂਦੀ ਚੱਪਲ।
बहुत अच्छे। ਕਵਿਤਾ ਹੈ ਬਦਲਾ। ਚਰਖਾ ਤਾਂ ਬਹੁਤ ਪੁਰਾਣਾ ਸੀ, ਉਹਦੇ 'ਚ ਕਾਣ ਪੈ ਗਿਆ। ਚਰਖਾ ਤਾਂ ਬਹੁਤ ਪੁਰਾਣਾ ਸੀ, ਉਹਦੇ 'ਚ ਕਾਣ ਪੈ ਗਿਆ। ਮਾਂ ਨੇ ਤਕਲਾ ਕੱਢ ਤੂੜੀ ਵਾਲੇ 'ਚ ਰੱਖ ਦਿੱਤਾ। ਤਕਲੇ ਨਾਲ ਅਸੀਂ ਕਦੇ ਕਦੇ ਸੱਲੀਆਂ ਭੁੰਨਦੇ। ਇੱਕ ਵਕਤ ਆਇਆ ਸੱਲੀਆਂ ਭੁੰਨਣ ਲਈ ਮੋਟੀ ਲੱਕੜ ਨਹੀਂ ਸੀ। ਬਾਪੂ ਨੇ ਚੱਕਿਆ ਘੋਟਾ ਤੇ ਕੱਢ ਦਿੱਤਾ ਕਾਣ ਚਰਖੇ ਦਾ। ਚਰਖੇ ਦੀ ਲੱਕੜ ਦੀ ਲਾਲ ਅੱਗ, ਹੁਣ ਕਈ ਦਿਨਾਂ ਦੀਆਂ ਰੋਟੀਆਂ ਹੀ ਪੱਕ ਜਾਣਗੀਆਂ। ਚਰਖੇ ਦੀ ਲੱਕੜ ਦੀ ਲਾਲ ਅੱਗ, ਹੁਣ ਕਈ ਦਿਨਾਂ ਦੀਆਂ ਰੋਟੀਆਂ ਵੀ ਪੱਕ ਜਾਣਗੀਆਂ। ਸੱਲੀਆਂ ਦੀ ਰੁੱਤ ਚਲੀ ਗਈ, ਸੱਲੀਆਂ ਦੀ ਰੁੱਤ ਚਲੀ ਗਈ। ਇੱਕ ਦਿਨ ਤਕਲਾ ਵੀ ਮੁੜ ਗਿਆ। ਮੇਰੇ ਪਿੰਡ ਹੁਣ ਗੱਡੀਆਂ ਵਾਲੇ ਨਹੀਂ ਆਉਂਦੇ, ਨਹੀਂ ਤਾਂ ਤਕਲੇ ਦੀ ਧਾਰ ਬਣਵਾ ਲੈਂਦੇ। ਮੇਰੇ ਪਿੰਡ ਹੁਣ ਗੱਡੀਆਂ ਵਾਲੇ ਨਹੀਂ ਆਉਂਦੇ, ਨਹੀਂ ਤਾਂ ਤਕਲੇ ਦੀ ਧਾਰ ਬਣਵਾ ਲੈਂਦੇ। ਮਾਂ ਕਹਿੰਦੀ ਚਰਖੇ ਤੋਂ ਬਿਨਾਂ ਤਕਲਾ ਕਿਸ ਕੰਮ ਦਾ। ਉਸਨੇ ਚੱਕਿਆ ਤਕਲਾ ਤੇ ਵਿੰਗਾ ਕਰ ਕੰਧ 'ਚ ਕੱਢ ਦਿੱਤਾ। ਅੱਜ ਕੱਲ੍ਹ ਉਸ 'ਤੇ ਦੁੱਧ ਵਾਲਾ ਡੋਲੂ ਟੰਗਿਆ ਮਿਲਦਾ। ਅੱਜ ਕੱਲ੍ਹ ਉਸ 'ਤੇ ਦੁੱਧ ਵਾਲਾ ਡੋਲੂ ਟੰਗਿਆ ਮਿਲਦਾ। बहुत अच्छे जल्दी। ਕਵਿਤਾ ਹੈ ਉਹ ਵੇਲਾ। ਉਹ ਵੇਲਾ ਸ਼ੈਤਾਨਾਂ ਦਾ ਨਹੀਂ ਹੁੰਦਾ, ਭੂਤਾਂ ਪ੍ਰੇਤਾਂ ਦਾ ਨਹੀਂ ਹੁੰਦਾ, ਨਾ ਹੀ ਮਰੇ ਲੋਕ ਜਾਗਦੇ ਨੇ ਉਸ ਵੇਲੇ। ਜਿਸ ਵੇਲੇ ਤੁਸੀਂ ਡਰ ਕੇ ਭੱਜਦੇ ਹੋ, ਜਿਸ ਆਵਾਜ਼ ਨੂੰ ਤੁਸੀਂ ਚੰਡੇਲਾਂ ਦੀਆਂ ਝਾਂਜਰਾਂ ਦੀ ਆਵਾਜ਼ ਦੱਸਦੇ ਹੋ, ਦਰਅਸਲ ਉਹ ਪਥੇਰਿਆਂ ਦੇ ਸੈਂਚਿਆਂ ਦੀ ਆਵਾਜ਼ ਹੁੰਦੀ ਹੈ। ਜਦੋਂ ਦਰਅਸਲ ਉਹ ਪਥੇਰਿਆਂ ਦੇ ਸੰਚਿਆਂ ਦੀ ਆਵਾਜ਼ ਹੁੰਦੀ ਹੈ। ਜਦੋਂ ਘੜੀ ਦੀਆਂ ਦੋਵੇਂ ਸੂਈਆਂ 12 'ਤੇ ਆਉਂਦੀਆਂ ਨੇ ਅਤੇ ਵੇਲਾ ਰਾਤ ਦਾ ਹੁੰਦਾ ਹੈ। ਉਹ ਵੇਲਾ ਉਹਨਾਂ ਲਈ ਮਿੱਟੀ ਨਾਲ ਘੁਲਣ ਦਾ ਹੁੰਦਾ ਹੈ। ਜਦੋਂ ਤੁਸੀਂ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ, ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ। ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ। बहुत अच्छे जल्दी। ਕਵਿਤਾ ਹੈ ਪ੍ਰੈਸ਼ਰ ਕੁੱਕਰ। ਮੈਂ ਕੁਝ ਦਿਨ ਪਹਿਲਾਂ ਲਿਖੀ ਆ ਅਤੇ ਮੈਨੂੰ ਕਵਿਤਾ ਦਾ ਨਾਂ ਨਹੀਂ ਸੀ ਪਤਾ, ਤਾਂ ਕਵਿਤਾ ਦਾ ਨਾਂ ਸਰ ਨੇ ਰੱਖਿਆ ਗਾ, ਤਾਂ ਪ੍ਰੈਸ਼ਰ ਕੁੱਕਰ। ਉਸਨੇ ਮਾਪਿਆਂ ਤੋਂ ਕੁੜੀ ਦੀ ਵਿੱਦਿਅਕ ਯੋਗਤਾ, ਕੱਦ ਕਾਠ ਦਾ ਦਹੇਜ ਆਦਿ ਬਾਰੇ ਕੁਝ ਨਹੀਂ ਪੁੱਛਿਆ। ਉਸਨੇ ਕੁੜੀ ਦੀ ਵਿੱਦਿਅਕ ਯੋਗਤਾ, ਉਸਨੇ ਮਾਪਿਆਂ ਤੋਂ ਕੁੜੀ ਦੀ ਵਿੱਦਿਅਕ ਯੋਗਤਾ, ਕੱਦ ਕਾਠ ਦਾ ਦਹੇਜ ਆਦਿ ਬਾਰੇ ਕੁਝ ਨਹੀਂ ਪੁੱਛਿਆ। ਕੁੜੀ ਖੁਸ਼ ਹੈ, ਬਾਹਰੋਂ ਦੀ ਮਰਜ਼ੀ ਦਾ ਹੈ। ਕੁੜੀ ਖੁਸ਼ ਹੈ, ਬਾਹਰੋਂ ਦੀ ਮਰਜ਼ੀ ਦਾ ਹੈ। ਉਹਦਾ ਸਹਿਪਾਠੀ ਮਾਪਿਆਂ ਦੀ ਸਹਿਮਤੀ ਹੈ ਪਰ ਅਸਹਿਮਤੀ ਵਰਗੀ। ਮਾਪਿਆਂ ਦੀ ਸਹਿਮਤੀ ਹੈ ਪਰ ਅਸਹਿਮਤੀ ਵਰਗੀ। ਗੀਤ ਗਾਉਣ ਆਈਆਂ 3 ਔਰਤਾਂ ਆਪਣੀਆਂ ਧੀਆਂ ਦੀ ਵਡਿਆਈ ਕਰਕੇ ਮੁੜ ਜਾਂਦੀਆਂ ਨੇ। ਗੀਤ ਗਾਉਣ ਆਈਆਂ 3 ਔਰਤਾਂ ਆਪਣੀਆਂ ਧੀਆਂ ਦੀ ਵਡਿਆਈ ਕਰਕੇ ਮੁੜ ਜਾਂਦੀਆਂ ਨੇ। ਵਿਆਹ ਵਾਲੇ ਕਿਸੇ ਵੀ ਘਰ 'ਚ ਇੰਨੀ ਚੁੱਪ ਨਹੀਂ ਹੁੰਦੀ। ਵਿਆਹ ਵਾਲੇ ਕਿਸੇ ਵੀ ਘਰ 'ਚ ਇੰਨੀ ਚੁੱਪ ਨਹੀਂ ਹੁੰਦੀ। ਬਹੁਤਾ ਸ਼ਰੀਕਾ ਤੇ ਰਿਸ਼ਤੇਦਾਰ ਗੈਰ ਹਾਜ਼ਰ ਨੇ। ਬਹੁਤਾ ਸ਼ਰੀਕਾ ਤੇ ਰਿਸ਼ਤੇਦਾਰ ਗੈਰ ਹਾਜ਼ਰ ਨੇ। ਮੈਨੂੰ ਅਜਿਹੇ ਵਿਆਹ ਚੰਗੇ ਲੱਗਦੇ ਨੇ ਪਰ ਨਮੋਸ਼ੀ ਨਹੀਂ, ਪਰ ਨਮੋਸ਼ੀ ਨਹੀਂ। बहुत अच्छा है, बहुत अच्छा, बहुत अच्छा। बिल्कुल सारे अपने हंडाए है ना वरते हुए बिंब ने। खूबसूरत कविता। होर ਮੇਰੀ ਕਵਿਤਾ ਹੈ ਚਾਨਣ। ਮਾਂ ਕਹਿੰਦੀ ਹੁਣ ਤੇਰੀ ਸੁਰਤ ਕਿੱਥੇ ਰਹਿੰਦੀ ਹੈ। ਭਤੀਜਾ ਪਿਸਤੌਲ ਮੰਗਦਾ ਸੀ, ਤੂੰ ਕਲਮ ਫੜਾਤੀ। ਮਾਂ ਕਹਿੰਦੀ ਹੁਣ ਤੇਰੀ ਸੁਰਤ ਕਿੱਥੇ ਰਹਿੰਦੀ ਹੈ। ਭਤੀਜਾ ਪਿਸਤੌਲ ਮੰਗਦਾ ਸੀ, ਤੂੰ ਕਲਮ ਫੜਾਤੀ। ਰਾਤ ਬਾਪੂ ਦੇ ਕਮਰੇ 'ਚ ਚਾਨਣ ਕਰਨ ਨੂੰ ਕਿਹਾ, ਤੂੰ ਕਿਤਾਬ ਰੱਖ ਆਇਆ। बहुत अच्छे। ਰਾਤ ਬਾਪੂ ਦੇ ਕਮਰੇ 'ਚ ਚਾਨਣ ਕਰਨ ਨੂੰ ਕਿਹਾ, ਤੂੰ ਕਿਤਾਬ ਰੱਖ ਆਇਆ। ਜੇ ਤੈਨੂੰ ਆਨੀ ਆ ਜਾ ਮਾਤਾ ਦੇ ਮੱਥਾ ਟੇਕਾ, ਤੂੰ ਠੀਕ ਹੋ ਜਾਏਗਾ। ਜੇ ਤੈਨੂੰ ਆਨੀ ਆ ਜਾ ਮਾਤਾ ਦੇ ਮੱਥਾ ਟੇਕਾ, ਤੂੰ ਠੀਕ ਹੋ ਜਾਏਗਾ। ਤੂੰ ਮੇਰੇ ਅੱਗੇ ਖਲੋ ਜਾਣਾ ਹੱਥ ਜੋੜ ਕੇ, ਤੂੰ ਮੇਰੇ ਅੱਗੇ ਖਲੋ ਜਾਣਾ ਹੱਥ ਜੋੜ ਕੇ। बहुत अच्छे, बहुत अच्छे भाई। ਦੂਸਰੀ ਕਵਿਤਾ ਹੈ ਗੋਲੀਆਂ। 10 ਵਰ੍ਹਿਆਂ ਪਿੱਛੋਂ ਅੱਜ ਮੈਂ ਚਾਈ ਚਾਈ ਪਿੰਡ ਪਰਤਿਆ। ਸੁਣਿਆ ਮੇਰੇ ਨਾਲ ਗੋਲੀਆਂ ਖੇਡਦੇ ਮੁੰਡਿਆਂ ਨੂੰ ਗੋਲੀਆਂ ਚਲਾ ਕੇ ਰੋਕਿਆ ਗਿਆ। 10 ਵਰ੍ਹਿਆਂ ਪਿੱਛੋਂ ਅੱਜ ਮੈਂ ਚਾਈ ਚਾਈ ਪਿੰਡ ਪਰਤਿਆ। ਸੁਣਿਆ ਮੇਰੇ ਨਾਲ ਗੋਲੀਆਂ ਖੇਡਦੇ ਮੁੰਡਿਆਂ ਨੂੰ ਗੋਲੀਆਂ ਚਲਾ ਕੇ ਰੋਕਿਆ ਗਿਆ। ਸੁਣਿਆ ਉਹਨਾਂ ਤੋਂ ਗੋਲੀਆਂ ਫੜੀਆਂ ਗਈਆਂ।
ਸੁਣਿਆ ਉਹਨਾਂ ਤੋਂ ਗੋਲੀਆਂ ਚਲਾ ਕੇ ਰੋਕਿਆ ਗਿਆ, ਸੁਣਿਆ ਉਹਨਾਂ ਤੋਂ ਗੋਲੀਆਂ ਫੜੀਆਂ ਗਈਆਂ। ਟੀਕੇ ਤੋਂ ਡਰਦੇ ਮੁੰਡੇ ਪਤਾ ਨਹੀਂ ਲੱਗਿਆ ਕਦੋਂ ਡਾਕਟਰ ਬਣ ਗਏ। ਟੀਕੇ ਤੋਂ ਡਰਦੇ ਮੁੰਡੇ ਪਤਾ ਨਾ ਲੱਗਾ ਕਦੋਂ ਖੁਦ ਡਾਕਟਰ ਬਣ ਗਏ। ਚਿੱਟਾ ਗੋਰਾ ਜੋ ਅਕਸਰ ਦੁੱਧ ਚਿੱਟੀ ਗੋਲੀ ਰੱਖਿਆ ਕਰਦਾ ਸੀ, ਸੁਣਿਆ ਚਿੱਟਾ ਪੀਵਣ ਲੱਗ ਪਿਆ ਹੈ। ਗੋਰਾ ਜੋ ਅਕਸਰ ਦੁੱਧ ਚਿੱਟੀ ਗੋਲੀ ਰੱਖਿਆ ਕਰਦਾ ਸੀ, ਸੁਣਿਆ ਚਿੱਟਾ ਪੀਵਣ ਲੱਗ ਪਿਆ ਹੈ। ਪਿੰਡ ਮੈਨੂੰ ਆਖਦਾ ਕੀ ਲੈਣ ਆਇਆ ਹੈ, ਜਾਂ ਵਾਪਸ ਪਰਤ ਜਾ, ਤੇਰੇ ਨਾਲ ਦੇ ਮੁੰਡੇ ਹੁਣ ਕੱਚੀਆਂ ਗੋਲੀਆਂ ਨਹੀਂ ਖੇਡਦੇ। ਪਿੰਡ ਮੈਨੂੰ ਆਖਦਾ ਕੀ ਲੈਣ ਆਇਆ, ਜਾਂ ਵਾਪਸ ਪਰਤ ਜਾ, ਤੇਰੇ ਨਾਲ ਦੇ ਮੁੰਡੇ ਹੁਣ ਕੱਚੀਆਂ ਗੋਲੀਆਂ ਨਹੀਂ ਖੇਡਦੇ। ਇੰਨਾ ਸੁਣਦਿਆਂ ਮੇਰੇ ਹੱਥ 'ਚ ਫੜੀ ਪੁਰਾਣੀ ਕੱਚ ਦੀ ਬੋਤਲ ਪੱਕੀ ਗਲੀ 'ਚ ਡਿੱਗ ਕੇ ਚੂਰ ਚੂਰ ਹੋ ਗਈ। ਗੋਲੀਆਂ ਗਲੀ 'ਚ ਖਿੱਲਰ ਗਈਆਂ, ਗੋਲੀਆਂ ਗਲੀ 'ਚ ਖਿੱਲਰ ਗਈਆਂ। ਮੈਨੂੰ ਲੱਗਿਆ ਜਿਵੇਂ ਸੱਚਮੁੱਚ ਮੈਂ ਫਾਡੀ ਰਹਿ ਗਿਆ ਹਾਂ। ਇੱਕ ਕਵਿਤਾ ਹੋਰ ਹੈ। ਸੁੱਕ ਕੇ ਪਾਣੀ ਅੱਖੀਆਂ ਦਾ ਵੈਰਾਗ ਕਿੱਥੇ ਹੋਇਆ ਏ, ਮੇਰੇ ਗੀਤਾਂ ਵਿੱਚ ਪੈਦਾ ਰਾਗ ਕਿੱਥੇ ਹੋਇਆ ਏ। ਕਿੱਥੇ ਆਈ ਏ ਗਜ਼ਲ ਕਹਿਣ ਦੀ ਜਾਚ ਮੈਨੂੰ, ਮੇਰੇ ਇਸ ਦਿਲ ਦੇ ਦਰਦ ਦਾ ਅਨੁਵਾਦ ਕਿੱਥੇ ਹੋਇਆ ਏ। ਕਿੱਥੇ ਲਿਖਿਆ ਗਿਆ ਕੁਝ ਤੇਰੇ ਹੁਸਨ ਦੇ ਹਾਂ ਦਾ ਹਾਲੇ, ਇਹ ਮਨ ਮੋਇਆ ਬਾਗੋ ਬਾਗ ਕਿੱਥੇ ਹੋਇਆ ਏ। ਕਿੱਥੇ ਲੱਗੀਆਂ ਨੇ ਸ਼ਾਇਰਾਂ ਦੀਆਂ ਮਜਲਿਸਾਂ, ਮੇਰੇ ਸੁਪਨਿਆਂ ਦਾ ਸ਼ਹਿਰ ਆਬਾਦ ਕਿੱਥੇ ਹੋਇਆ ਏ। ਕਿੱਥੇ ਉੱਠੀਆਂ ਨੇ ਮੇਰੇ ਇਸ਼ਕ 'ਤੇ ਉਂਗਲਾਂ, ਚੇਲਾ ਗੋਰਖਨਾਥ ਦਾ ਬੇਦਾਗ ਕਿੱਥੇ ਹੋਇਆ ਏ। ਸੁੱਕ ਕੇ ਪਾਣੀ ਅੱਖੀਆਂ ਦਾ ਬੈਰਾਗ ਕਿੱਥੇ ਹੋਇਆ ਏ। ਧੰਨਵਾਦ। ਮੈਂ ਕੁਝ ਸ਼ੇਅਰ ਤੇ ਇੱਕ ਗਜ਼ਲ ਤੇ ਕੁਝ ਨਜ਼ਮਾਂ ਬੋਲਾਂ। ਹੰਝੂਆਂ ਦੇ ਸੰਗ ਅੱਖੀਆਂ ਧੋ ਕੇ ਆਇਆ ਹਾਂ, ਕੰਡਿਆਂ ਦੇ ਸੰਗ ਜਿਸਮ ਪਰੋ ਕੇ ਆਇਆ। ਹੰਝੂਆਂ ਦੇ ਸੰਗ ਅੱਖੀਆਂ ਧੋ ਕੇ ਆਇਆ ਹਾਂ, ਕੰਡਿਆਂ ਦੇ ਸੰਗ ਜਿਸਮ ਪਰੋ ਕੇ ਆਇਆ ਹਾਂ। ਕਿ ਮੇਰੇ ਘਰ ਦਾ ਵਿਹੜਾ ਵੀ ਥਲ ਜਾਪ ਰਿਹਾ, ਮੇਰੇ ਘਰ ਦਾ ਵਿਹੜਾ ਵੀ ਥਲ ਜਾਪ ਰਿਹਾ, ਜਦ ਦਾ ਉਸ ਦੇ ਸ਼ਹਿਰੋਂ ਹੋ ਕੇ ਆਇਆ। ਵਸੇਂਦੀ ਧਰਤ ਕੀ ਅਸਮਾਨ ਤੱਕ ਵੀ ਵੇਚਦਾ ਹੈ, ਵਤਨ ਦੇ ਰਾਖਿਆਂ ਦੀ ਜਾਨ ਤੱਕ ਵੀ ਵੇਚਦਾ ਹੈ। ਵਸੇਂਦੀ ਧਰਤ ਕੀ ਅਸਮਾਨ ਤੱਕ ਵੀ ਵੇਚਦਾ ਹੈ, ਵਤਨ ਦੇ ਰਾਖਿਆਂ ਦੀ ਜਾਨ ਤੱਕ ਵੀ ਵੇਚਦਾ ਹੈ। ਅਮਨ ਦਾ ਦੇਵਤਾ ਲੱਗਦਾ ਜੋ ਮੰਤਰਾਂ ਦਾ ਖੂਬ ਜਾਣੂ, ਕਰੇ ਵਖਿਆਣ ਕੀ ਵਰਦਾਨ ਤੱਕ ਵੀ ਵੇਚਦਾ ਹੈ। ਨਜ਼ਮ ਹੈ। ਮਾਂ ਜਦ ਵੀ ਸੁਪਨੇ ਵਿੱਚ ਆਉਂਦੀ ਏ ਤਾਂ ਹੋਰ ਕੁੱਬੀ ਹੋਈ, ਕਿਸੇ ਘਰ ਦਾ ਗੋਹਾ ਕੂੜਾ ਕਰਦੀ, ਮੇਰੇ ਸਕੂਲੋਂ ਆਉਂਦੇ ਵੱਲ ਬਾਹਾਂ ਉਲਾਰਦੀ ਏ। ਮਾਂ ਜਦ ਵੀ ਸੁਪਨੇ ਵਿੱਚ ਆਉਂਦੀ ਏ ਤਾਂ ਹੋਰ ਕੁੱਬੀ ਹੋਈ, ਕਿਸੇ ਘਰ ਦਾ ਗੋਹਾ ਕੂੜਾ ਕਰਦੀ, ਮੇਰੇ ਸਕੂਲੋਂ ਆਉਂਦੇ ਵੱਲ ਬਾਹਾਂ ਉਲਾਰਦੀ ਏ। ਮੈਂ ਤਰਬਕ ਜਾਂਦਾ ਹਾਂ, ਮੈਂ ਤਰਬਕ ਜਾਂਦਾ ਹਾਂ, ਹੁਣ ਤਾਂ ਉਸ ਦੇ ਪੈਰਾਂ ਦੀ ਥਾਵੇਂ ਹੱਥਾਂ ਵਿੱਚ ਵੀ ਵਿਆਹੀਆਂ ਉੱਭਰ ਆਈਆਂ ਨੇ। ਮੈਂ ਤਰਬਕ ਜਾਂਦਾ ਹਾਂ, ਹੁਣ ਤਾਂ ਉਸ ਦੇ ਪੈਰਾਂ ਦੀ ਥਾਵੇਂ ਹੱਥਾਂ ਵਿੱਚ ਵੀ ਵਿਆਹੀਆਂ ਉੱਭਰ ਆਈਆਂ ਨੇ। ਮਾਂ ਦਿਨ ਢਲੇ ਦੀਵੇ ਵਿੱਚ ਮੋਮਬੱਤੀ ਤੇ ਤੇਲ ਗਾਲਦੀ, ਮਾਂ ਦਿਨ ਢਲੇ ਦੀਵੇ ਵਿੱਚ ਤੇਲ ਤੇ ਮੋਮਬੱਤੀ ਢਾਲਦੀ, ਗਾਲਦੀ, ਵਿਆਹੀਆਂ ਭਰਦੀ, ਵਿਆਹੀਆਂ ਭਰਦੀ। ਬਹੁਤ ਅੱਛੇ ਭਾਈ, ਬਹੁਤ ਅੱਛੇ। ਫਿਰ ਚੁੱਲ੍ਹੇ ਚੌਂਕੇ ਦਾ ਆਰ ਕਰਦੀ, ਮੈਲੀ ਚੁੰਨੀ ਦੇ ਲੜ ਬੰਨੇ ਛਿੱਲੜ ਜਾਂਚਦੀ, ਮੈਲੀ ਚੁੰਨੀ ਦੇ ਲੜ ਬੰਨੇ ਛਿੱਲੜ ਜਾਂਚਦੀ। ਭਾਵੇਂ ਇਹ ਕਦੇ ਵੀ ਸਾਡੇ ਗੁਜ਼ਾਰੇ ਜਿੰਨੇ ਨਹੀਂ ਸਨ, ਭਾਵੇਂ ਇਹ ਕਦੇ ਵੀ ਸਾਡੇ ਗੁਜ਼ਾਰੇ ਜਿੰਨੇ ਨਾ ਹੁੰਦੇ, ਉਹ ਰੱਬ ਦਾ ਸ਼ੁਕਰਾਨਾ ਕਰਦੀ।
ਰੱਬ ਦਾ ਸ਼ੁਕਰਾਨਾ ਕਰਦੀ ਉਹ ਨੇਮ ਨਾਲ, ਰੱਬ ਦਾ ਸ਼ੁਕਰਾਨਾ ਕਰਦੀ ਉਹ ਨੇਮ ਨਾਲ, ਗੁੱਗਲ ਤਖਾਉਂਦੀ ਥੰਮਾਂ 'ਤੇ ਟਿਕਾਉਂਦੀ, ਹਰ ਬਲਾ ਤੋਂ ਘਰ ਨੂੰ ਬਚਾਉਂਦੀ, ਹਰ ਬਲਾ ਤੋਂ ਘਰ ਨੂੰ ਬਚਾਉਂਦੀ। ਤਾਂ ਅਚਾਨਕ ਮਾਂ ਠੇਡਾ ਖਾ ਧੜਾਕ ਡਿੱਗ ਪੈਂਦੀ, ਤਾਂ ਅਚਾਨਕ ਮਾਂ ਠੇਡਾ ਖਾ ਧੜਾਕ ਡਿੱਗ ਪੈਂਦੀ, ਤੇ ਮੇਰੀ ਪਟਕ ਅੱਖ ਖੁੱਲ੍ਹ ਜਾਂਦੀ, ਤੇ ਮੇਰੀ ਪਟਕ ਅੱਖ ਖੁੱਲ੍ਹ ਜਾਂਦੀ। ਤੇ ਮੈਂ ਮਾਂ ਦੀ ਫੋਟੋ 'ਤੇ ਲਿਖਿਆ, ਤਾਂ ਮੈਂ ਉੱਠ ਕੇ ਮਾਂ ਦੀ ਫੋਟੋ 'ਤੇ ਲਿਖਿਆ, ਸਵਰਗਵਾਸੀ ਵਿਸ਼ੇਸ਼ਣ ਖੁਰਚ ਦਿੰਦਾ ਹਾਂ। ਤਾਂ ਮੈਂ ਉੱਠ ਮਾਂ ਦੀ ਫੋਟੋ 'ਤੇ ਲਿਖਿਆ, ਸਵਰਗਵਾਸੀ ਵਿਸ਼ੇਸ਼ਣ ਖੁਰਚ ਦਿੰਦਾ ਹਾਂ। ਕਵਿਤਾ ਦਾ ਨਾਂ ਹੈਗਾ ਗਿਰਜਾਂ। ਖੇਤਾਂ ਵਿੱਚ ਬੱਚਿਆਂ ਦਾ ਰਲ ਮਿਲ ਖੇਡਣਾ, ਖੇਤ ਦੀ ਮਿੱਟੀ ਦਾ ਹੀ ਘਰ ਬਣਾਉਣਾ, ਘਰ ਢਾਉਣਾ ਤੇ ਫਿਰ ਬਣਾਉਣਾ, ਰਸੋਈ ਦਾ ਸਭ ਸਾਜੋ ਸਮਾਨ ਟਿਕਾ ਦੇਣਾ, ਫਿਰ ਰੋਟੀ ਟੁੱਕ ਬਣਾਉਣਾ, ਸਭ ਨੇ ਇਕੱਠੇ ਖਾ ਲੈਣਾ, ਅਸਮਾਨ ਵਿੱਚ ਉੱਡ ਰਹੀਆਂ ਗਿਰਜਾਂ ਦਾ ਇਹ ਸਭ ਦੇਖਣਾ ਤੇ ਝਪਟ ਮਾਰ ਲੈਣੀ ਮੌਕਾ ਦੇਖ ਕੇ, ਸਭ ਕੁਝ ਉਡਾ ਲੈ ਜਾਣਾ ਇੱਕੋ ਝਟਕੇ ਨਾਲ। ਬੱਚਿਆਂ ਦਾ ਆਪਣੇ ਖੇਤਾਂ 'ਚ ਘਰ-ਬਾਰ, ਰੋਟੀ ਟੁੱਕ ਸਭ ਖਿੱਲਰ ਪਿਆ ਦੇਖ ਕੇ, ਫਿਰ ਚੁੱਪ ਚਪੀਤੇ ਖੇਤ ਵਿੱਚੋਂ ਬੱਚਿਆਂ ਦਾ ਚਲੇ ਜਾਣਾ ਤੇ ਬੱਚਿਆਂ ਦਾ ਕੁਝ ਨਾ ਕਰਨਾ, ਗਿਰਜਾਂ ਦਾ ਆਪਣੇ ਕੰਮ 'ਚ ਸਫਲ ਹੋ ਜਾਣਾ। ਕਿਸ ਦੀ ਗਲਤੀ ਹੈ? ਇੱਕ ਕਵਿਤਾ ਹੁਣ ਲਿਖੀ ਆ ਨਿਊ ਵਰਲਡ ਆਰਡਰ 'ਤੇ ਸਿਰਫ ਇਹਦਾ ਇੱਕ ਛੋਟਾ ਟੋਟਾ ਹੀ ਹੈ ਅਤੇ ਹਜੇ ਕਾਫੀ ਅੱਗੇ ਤੱਕ ਲੈ ਕੇ ਜਾਣੀ ਹੈ, ਅਤੇ ਉਹਦਾ ਸੁਣਾ ਦੇਣਾ। ਘਰ ਦਾ ਕੋਈ ਬੰਦਾ ਬਿਨਾਂ ਪੁੱਛੇ ਆਪਣੀ ਬੁੱਢੜੀ ਮਾਂ ਤੋਂ ਧੜਾ ਧੜ ਘਰ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਸਭ ਚੀਜ਼ਾਂ ਵਸਤਾਂ ਨੂੰ ਸੋਚ ਸਮਝ ਕੇ ਘਰ 'ਚ ਲੈ ਆਉਂਦਾ ਹੈ, ਜ਼ਰੂਰੀ ਸਮਝ ਕੇ। ਦੂਸਰੇ ਪਾਸੇ ਦੁਕਾਨਦਾਰ ਵੀ ਲੈ ਆਉਂਦਾ ਹੈ ਗਡਾਊਨ ਵਿੱਚੋਂ, ਗਾਹਕ ਨੂੰ ਸਭ ਲੈ ਜਾਂਦਾ ਦੇਖ ਕੇ, ਸਭ ਵਿਕ ਗਿਆ ਦੇਖ ਕੇ ਖੁਸ਼ ਹੋ ਜਾਂਦਾ ਹੈ ਗਡਾਊਨ ਵਾਲਾ। ਸਭ ਚੀਜ਼ਾਂ ਜਲਦੀ ਜਲਦੀ ਨਿਕਲ ਜਾਣ 'ਤੇ ਟੈਲੀਫੋਨ ਕਰ ਮਾਲਕ ਨੂੰ ਖੁਸ਼ ਕਰ ਦਿੰਦਾ ਹੈ ਕਿ ਸਾਰਾ ਮਾਲ ਵਿਕ ਚੁੱਕਾ ਹੈ, ਛੇਤੀ ਤੋਂ ਛੇਤੀ ਹੋਰ ਮਾਲ ਭਿਜਵਾ ਦਿੱਤਾ ਜਾਵੇ। ਮਾਲਕ ਮਾਲਕ ਮਾਲਕ, ਯਾਨੀ ਕਿ ਹਜੇ ਇਹ ਸ਼ੁਰੂ ਕੀਤਾ ਅਤੇ ਅੱਗੇ ਜਾ ਕੇ ਇਹਦਾ ਕਾਫੀ ਵਿਸਤਾਰ ਹੋਵੇਗਾ। ਭਾਈ ਕਮਾਲ ਹੈ, ਹਾਂਜੀ। ਤੁਸੀਂ ਲਿਖ ਸਕਦੇ ਹੋ। ਬਸ ਮੁੱਕਦੀ ਗੱਲ ਹੈ, ਜਿਹੜਾ ਕੌਨਫੀਡੈਂਸ ਹੈ ਨਾ, ਹਾਂਜੀ, ਤੁਹਾਨੂੰ ਛੋਟੀ ਜਿਹੀ ਗੱਲ ਸੁਣਾਵਾਂ। ਸ਼ੁਕਰੀਆ ਜੀ। ਮੈਂ ਨਾ ਪੜ੍ਹਿਆ ਗੌਰਮੈਂਟ ਸਕੂਲ, ਠੀਕ ਹੈ। ਸਾਡੇ 6ਵੀਂ 'ਚ ABC ਲੱਗਦੀ ਸੀ, ਤੁਹਾਡੇ ਵੀ ਲੱਗਦੀ ਹੋਣੀ ਬਹੁਤ ਸਾਰਿਆਂ ਦੇ ਨਾ। ਅਤੇ ਅੱਛਾ 5ਵੀਂ 'ਚ ਕੀ ਹੋਇਆ, ਪਿਤਾ ਨੇ ਨਾ ਸਾਨੂੰ ABC ਸਿਖਾ ਦਿੱਤੀ ਘਰੇ। ਅਤੇ ਸਾਡਾ ਨਾ ਤਹਿਸੀਲ ਐਜੂਕੇਸ਼ਨ ਆਫਿਸਰ ਸੀਗੇ, ਉਹ ਪ੍ਰਾਈਵੇਟ ਅਕੈਡਮੀਆਂ ਦਾ ਨਾ ਉਹ ਚੱਕਰ ਲਗਾਉਂਦੇ ਹੋਏ ਸਾਡੇ ਸਕੂਲ ਆ ਗਏ। ਅੱਛਾ ਪਿਤਾ ਨੇ ਮੇਰਾ ਨਾਮ ਲਿਖਿਆ ਸੀ ਡਾਇਰੀ 'ਤੇ, ਅਤੇ ਲਿਖੀ ਸੀ ਕਲਾਸ 5 ਨਾ 5th, ਠੀਕ ਹੈ। ਅਤੇ ਨਾ ਉਹ TO ਆਇਆ, ਮੈਨੂੰ ਨਾਮ ਪੁੱਛਿਆ, ਦੱਸਤਾ, ਕਹਿੰਦਾ ਇਨ ਵਿਚ ਕਲਾਸ ਡੂ ਯੂ ਰੀਡ। ਮੈਂ ਕਿਹਾ ਰੀਡ ਤੇ ਪੜ੍ਹਨਾ ਹੁੰਦਾ, ਥੋੜ੍ਹਾ ਥੋੜ੍ਹਾ ਐਸੀ ਮਾੜਾ ਅੰਦਾਜ਼ਾ ਲਾਇਆ। ਮੈਂ ਕਿਹਾ ਸਰ 5 ਟੀਚ, ਠੀਕ ਹੈ। ਉਹਨੇ ਮੈਨੂੰ ਗਲੇ ਲਾਇਆ, ਮੈਨੂੰ 10 ਰੁਪਏ ਦਿੱਤੇ ਜੀ, ਕਹਿੰਦਾ ਬਹੁਤ ਅੱਛਾ ਬੋਲਿਆ ਇਸਨੇ, ਠੀਕ। ਮੈਂ ਘਰੇ ਗਿਆ ਹੈ ਨਾ, ਪਿਤਾ ਨੂੰ ਕਿਹਾ ਮੈਂ ਇਸ ਤਰ੍ਹਾਂ ਬੋਲਿਆ, ਠੀਕ। ਉਹਨੇ ਮੈਨੂੰ ਸ਼ਾਬਾਸ਼ੀ ਦਿੱਤੀ, ਕਹਿੰਦੇ ਕਮਾਲ ਹੈ, ਤੂੰ ਤਾਂ ਮੇਰੀ ਇੱਜ਼ਤ ਬਣਾ ਗਿਆ। ਫਿਰ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਜੇ ਮੈਨੂੰ ਸ਼ਾਬਾਸ਼ੀ ਨਾ ਦਿੰਦੇ ਮੇਰੀ ਕਿੰਨੀ ਦਿਲ ਸ਼ਿਕਣੀ ਹੋਣੀ ਸੀ ਨਾ। ਸੋ ਇਹ ਬਹੁਤ ਜ਼ਰੂਰੀ ਹੈ। ਮੈਂ ਪਹਿਲਾਂ ਇੱਕ ਮੇਰੀ ਮਾਂ ਲਈ ਛੋਟਾ ਜਿਹਾ ਸ਼ੇਅਰ ਕਹਿ ਸਕਦੇ ਹੋ ਜਾਂ ਕੁਛ ਲਾਈਨਾਂ ਮੇਰੀ ਮਾਂ ਲਈ ਹੈ। ਬਹੁਤ ਮਿਲਦੀਆਂ ਤੇਰੇ ਵਰਗਿਆਂ ਨੂੰ, ਬਹੁਤ ਮਿਲਦੀਆਂ ਤੇਰੇ ਵਰਗਿਆਂ ਨੂੰ, ਪਰ ਤੇਰੇ ਵਰਗਾ ਕੋਈ ਨਹੀਂ ਮਿਲਦਾ, ਤੇਰੇ ਮਿਲਣ ਵਰਗਾ ਸਕੂਨ ਕਿਸੇ 'ਚੋਂ ਨਹੀਂ ਮਿਲਦਾ, ਤੇਰੇ ਮਿਲਣ ਵਰਗਾ ਸਕੂਨ ਕਿਸੇ 'ਚੋਂ ਨਹੀਂ ਮਿਲਦਾ। मैं अपनी कविता सुपने
ਕੁਝ ਸੁਪਨੇ ਮੈਂ ਪਾਲ ਲਏ ਨੇ, ਕੁਝ ਸੁਪਨੇ ਮੈਂ ਪਾਲ ਲਏ ਨੇ, ਕੁਝ ਸੁਪਨੇ ਮੈਨੂੰ ਪਾਲ ਰਹੇ ਨੇ, ਜਿਉਂ ਪੁੱਤਾਂ ਨੂੰ ਮਾਵਾਂ। दो पंक्तियां कमाल दिया है। ਕੁਝ ਸੁਪਨੇ ਮੈਂ ਪਾਲ ਲਏ ਨੇ, ਕੁਝ ਸੁਪਨੇ ਮੈਨੂੰ ਪਾਲ ਰਹੇ ਨੇ, ਜਿਉਂ ਪੁੱਤਾਂ ਨੂੰ ਮਾਵਾਂ। ਕੁਝ ਸੁਪਨੇ ਮੈਂ ਮਾਰ ਲਏ ਨੇ, ਕੁਝ ਸੁਪਨੇ ਮੈਨੂੰ ਮਾਰ ਰਹੇ ਨੇ, ਜਿਉਂ ਧੀਆਂ ਨੂੰ ਮਾਵਾਂ, ਜਿਉਂ ਧੀਆਂ ਨੂੰ ਮਾਵਾਂ। बहुत अच्छे। ਸ਼ੁਕਰੀਆ। ਕੁਝ ਸੁਪਨੇ ਅੱਧ ਵਿਚਕਾਰ ਰਹੇ ਨੇ, ਕੁਝ ਸੁਪਨੇ ਅੱਧ ਵਿਚਕਾਰ ਰਹੇ ਨੇ, ਕੁਝ ਵਿੱਚ ਹਕੀਕਤ ਢਾਲ ਲਏ ਨੇ, ਜੋ ਅਣਜੰਮਿਆਂ ਲਈ ਦੁਆਵਾਂ, ਜੋ ਅਣਜੰਮਿਆਂ ਲਈ ਦੁਆਵਾਂ। अच्छा। ਕੁਝ ਸੁਪਨੇ ਮੈਂ ਨਾਲ ਹੀ ਤੋਰ ਲਏ ਨੇ, ਕੁਝ ਸੁਪਨੇ ਮੈਂ ਨਾਲ ਹੀ ਤੋਰ ਲਏ ਨੇ, ਕੁਝ ਸੁਪਨੇ ਮੈਨੂੰ ਤੋਰ ਰਹੇ ਨੇ, ਜੋ ਬਿਨ ਮੰਜ਼ਿਲ ਦੇ ਰਾਹਾਂ, ਜੋ ਬਿਨ ਮੰਜ਼ਿਲ ਦੇ ਰਾਹਾਂ। ਕੁਝ ਸੁਪਨੇ ਮੈਂ ਹੋਰ ਲਏ ਨੇ, ਕੁਝ ਸੁਪਨੇ ਮੈਂ ਹੋਰ ਲਏ ਨੇ, ਜੇ ਕਹੋ ਤਾਂ ਮੈਂ ਸੁਣਾਵਾਂ, ਜੇ ਕਹੋ ਤਾਂ ਸੁਣਾਵਾਂ। ਧੀ ਬਣ ਕੇ ਮੈਂ ਆਈ ਦੁਨੀਆ ਤੇ, ਧੀ ਬਣ ਕੇ ਮੈਂ ਆਈ ਦੁਨੀਆ ਤੇ, ਧੀ ਬਣ ਕੇ ਹੀ ਜਾਵਾਂ, बहुत अच्छे। ਧੀ ਬਣ ਕੇ ਹੀ ਜਾਵਾਂ। बहुत अच्छे। बहुत अच्छे। ਲੋਕ ਕਵਿਤਾ ਲਿਖਦੇ ਨੇ ਤੇ ਸ਼ਾਮ ਢਲੇ ਚੁੱਪਚਾਪ ਘਰਾਂ ਨੂੰ ਪਰਤ ਜਾਂਦੇ ਨੇ। बहुत अच्छे। ਲੋਕ ਕਵਿਤਾ ਲਿਖਦੇ ਨੇ ਤੇ ਸ਼ਾਮ ਢਲੇ ਚੁੱਪਚਾਪ ਘਰਾਂ ਨੂੰ ਪਰਤ ਜਾਂਦੇ ਨੇ। ਮੈਂ ਕਵਿਤਾ ਦੇ ਦੁਆਰ ਤੇ ਖੜਾ ਹਾਂ। ਡਰ ਹੈ ਕਿ ਇਸ ਦੁਆਰ ਨੂੰ ਲੰਘਣ ਤੋਂ ਬਾਅਦ ਘਰ ਕਿਵੇਂ ਪਰਤਾਂਗਾ। बहुत अच्छे। बहुत अच्छे। ਕਵਿਤਾ ਲਿਖਣ ਬਾਅਦ ਪਤਨੀ ਨੇ ਪਤਨੀ ਨਹੀਂ ਰਹਿਣਾ। ਬੱਚਿਆਂ ਦੀਆਂ ਨਜ਼ਰਾਂ ਵਿੱਚ ਪਿਤਾ ਦਾ ਭਾਵ ਸੁੱਕ ਜਾਏਗਾ। क्या बात है। ਘਰਾਂ ਦੇ ਬੂਹੇ ਸਦਾ ਲਈ ਬੰਦ ਹੋ ਜਾਣ ਦਾ ਖਦਸ਼ਾ ਹੈ। ਕਵਿਤਾ ਲਿਖਣ ਬਾਅਦ ਭੈਣ ਭਰਾਵਾਂ ਤੇ ਸਾਕਾ ਸੰਬੰਧੀਆਂ ਨੇ ਓਪਰਿਆਂ ਵਾਂਗ ਮੇਰੇ ਵੱਲ ਤੱਕਣਾ ਹੈ। ਡਰ ਹੈ ਕਿ ਅਧਿਆਪਕਾਂ ਨੇ ਆਪਣਾ ਸ਼ਾਗਿਰਦ ਮੰਨਣ ਤੋਂ ਇਨਕਾਰ ਕਰ ਦੇਣਾ। बहुत अच्छा। ਵਿਦਿਆਰਥੀਆਂ ਦੇ ਬੇਦਾਵਾ ਦੇ ਜਾਣ ਦਾ ਫਿਕਰ ਹੈ। ਆਪਣੇ ਅੰਦਰਲਾ ਸੰਤੁਲਨ ਸਦਾ ਲਈ ਗੁੰਮ ਜਾਣ ਦਾ ਜੋਖਮ ਹੈ। ਲੋਕ ਕਵਿਤਾ ਲਿਖਣ ਬਾਅਦ ਚੁੱਪਚਾਪ ਘਰਾਂ ਨੂੰ ਕਿਵੇਂ ਪਰਤ ਜਾਂਦੇ ਨੇ। बहुत अच्छे। बहुत अच्छे। ਮੈਂ ਕਵਿਤਾ ਦੇ ਦੁਆਰ ਖੜਾ ਹਾਂ। ਬੂਹਾ ਖੜਕਾਉਂਦਿਆਂ ਮੇਰੇ ਹੱਥ ਕੰਬਦੇ ਨੇ। बहुत अच्छे। ਇਹ ਹੈ ਕਿ ਮੈਨੂੰ ਵੀ ਮਹਿਲਾ ਦਿਵਸ ਦੀਆਂ ਮੁਬਾਰਕਾਂ ਦਿਓ। ਘਰ ਵਿੱਚ ਦੂਜੇ ਬੱਚੇ ਦਾ ਜਨਮ ਹੋਣਾ ਸੀ। ਮਾਂ ਪ੍ਰਸੂਤੀ ਪੀੜਾਂ ਸਹਿ ਰਹੀ ਸੀ। ਮਾਂ ਤੇ ਪਿਤਾ ਪਰਮਾਤਮਾ ਅੱਗੇ ਕੁੜੀ ਹੋਣ ਦੀਆਂ ਅਰਦਾਸਾਂ ਕਰ ਰਹੇ ਸਨ। ਮੇਰਾ ਜਨਮ ਹੋਇਆ। ਇਹ ਅਰਦਾਸਾਂ ਮੇਰੀ ਛੋਟੀ ਭੈਣ ਦੇ ਜਨਮ ਤੱਕ ਜਾਰੀ ਰਹੀਆਂ। ਮੇਰੀ ਮਾਂ ਨੇ ਦੱਸਿਆ, ਉਹ ਮੈਨੂੰ ਕੁੜੀਆਂ ਵਾਂਗ ਸਜਾ ਰੱਖਦੀ, ਕੱਪੜੇ ਖਿਡੌਣੇ ਸਭ ਕੁੜੀਆਂ ਵਾਲੇ। 3-4 ਸਾਲ ਦੀ ਉਮਰ ਵਿੱਚ ਮੇਰੀਆਂ ਗੁੱਤਾਂ ਕਰਦੀ ਕਰੇਲੇ ਵਾਲੀਆਂ, ਫਰਾਕਾਂ ਪਾਉਂਦੀ ਰੰਗ ਬਰੰਗੀਆਂ, ਅੱਖਾਂ ਵਿੱਚ ਸੁਰਮਾ ਗਾੜਾ। ਉਹਨਾਂ ਦਿਨਾਂ ਵਿੱਚ ਮੇਰੇ ਅੰਦਰ ਇੱਕ ਕੁੜੀ ਖੇਡਦੀ, ਮਾਸੂਮ, ਸ਼ਰਮਾਕਲ, ਘੱਟ ਬੋਲਣ ਵਾਲੀ, बहुत अच्छे। ਮਾਂ ਦੇ ਆਲੇ ਦੁਆਲੇ ਰਹਿਣ ਵਾਲੀ। ਪਿਤਾ ਜਦੋਂ ਬਾਜ਼ਾਰ ਜਾਂਦੇ ਮੇਰੇ ਵੱਡੇ ਭਰਾ ਨੂੰ ਨਾਲ ਲਿਜਾਂਦੇ, ਉਸ ਨੂੰ ਸਖਤ ਜਾਣ ਬਣਾਉਂਦੇ, ਬੇਝਿਜਕ ਵਿਚਰਨਾ, ਖੁੱਲ੍ਹ ਕੇ ਤੁਰਨਾ ਫਿਰਨਾ ਤੇ ਹੋਰਾਂ ਨਾਲ ਲੜਨਾ ਸਿਖਾਉਂਦੇ। ਮਾਂ ਜਦੋਂ ਸਕੂਲ ਜਾਂਦੀ ਜਾਂ ਜਾਂਦੀ ਸਬਜ਼ੀ ਖਰੀਦਣ, ਮੈਨੂੰ ਨਾਲ ਲੈ ਕੇ ਜਾਂਦੀ। ਉਹ ਰਸੋਈ ਵਿੱਚ ਕੰਮ ਕਰਦੀ, ਮੈਨੂੰ ਨਾਲ ਰੱਖਦੀ, ਕੌਲੀਆਂ ਪਲੇਟਾਂ ਮੰਗਦੀ। ਅਸੀਂ ਦੋਵੇਂ ਰਲ ਕੇ ਪਿਤਾ ਤੇ ਭਰਾ ਨੂੰ ਰੋਟੀ ਖਵਾਉਂਦੇ, ਫਿਰ ਵਿਹਲੇ ਹੋ ਆਪ ਖਾਂਦੇ। ਮਾਂ ਕੱਪੜੇ ਧੋਂਦੀ, ਮੈਨੂੰ ਪਾਣੀ ਭਰਨ ਲਈ ਕਹਿੰਦੀ। ਮੈਂ ਉਸ ਦੇ ਛੋਟੇ ਕੰਮਾਂ ਵਿੱਚ ਉਸ ਦੀ ਧੀ ਬਣ ਸ਼ਾਮਿਲ। ਮਾਂ ਜਦੋਂ ਮੰਜੇ ਦਾ ਓਟਾ ਕਰਕੇ ਵਿਹੜੇ ਵਿੱਚ ਨਹਾਉਂਦੀ, ਮੈਨੂੰ ਤੌਲੀਆ ਕੱਪੜੇ ਫੜਾਉਣ ਲਈ ਕਹਿੰਦੀ। ਕਈ ਵਾਰ ਮੈਨੂੰ ਵੀ ਨਾਲ ਹੀ ਨਵਾ ਦਿੰਦੀ। ਮੇਰੇ ਅੰਦਰਲੀ ਕੁੜੀ ਵੱਡੀ ਹੁੰਦੀ ਰਹਿੰਦੀ। बहुत अच्छा है। बहुत अच्छे। ਜਦੋਂ ਮੈਨੂੰ ਸਕੂਲੋਂ ਛੁੱਟੀ ਹੁੰਦੀ ਤੇ ਕਦੇ ਕੁਝ ਪੜ੍ਹਨ ਸਿੱਖਣ ਵਿੱਚ ਮੁਸ਼ਕਿਲ ਆਉਂਦੀ, ਮਾਂ ਮੈਨੂੰ ਆਪਣੇ ਸਕੂਲ ਲੈ ਜਾਂਦੀ। ਉੱਥੇ ਮੈਂ ਚਿੱਤਰਕਾਰੀ ਕਰਨੀ ਸਿੱਖੀ, ਰੰਗਾਂ ਨਾਲ ਖੇਡਣਾ। ਕੁੜੀਆਂ ਦੇ ਸਕੂਲ ਮੇਰੀ ਅਸਲ ਪੜ੍ਹਾਈ ਚੱਲਦੀ।
ਮੇਰਾ ਵੱਡਾ ਭਰਾ ਇਹਨਾਂ ਸਾਰੇ ਮੌਕਿਆਂ ਤੇ ਪਿਤਾ ਨਾਲ ਉਹਨਾਂ ਦੇ ਸਕੂਲ ਜਾਂਦਾ। ਮੇਰੇ ਤੋਂ ਬਾਅਦ ਇੱਕ ਹੋਰ ਪੁੱਤਰ ਹੋਇਆ। ਫਿਰ ਮੇਰੀ ਭੈਣ ਆਈ ਦੂਜੀ। ਮੈਂ ਉਸ ਦੇ ਆਲੇ ਦੁਆਲੇ ਘੁੰਮਦੇ ਰਹਿਣਾ। ਉਹ ਵੱਡੀ ਹੋਈ ਤਾਂ ਅਸੀਂ ਰਲ ਮਿਲ ਕੇ ਘਰ ਘਰ ਖੇਡਣਾ, ਮਿੱਟੀ ਦੇ ਬਰਤਨ ਬਣਾਉਣੇ, ਨਿੱਕੇ ਨਿੱਕੇ ਮੇਜ਼ ਕੁਰਸੀਆਂ, ਪਲੰਗ ਪਰਦੇ ਸਭ, ਗੁੱਡੀਆਂ ਨੂੰ ਸਜਾਉਣਾ, ਮਹਿਮਾਨਾਂ ਲਈ ਚਾਹ ਬਣਾਉਣੀ, ਗੀਟੇ ਖੇਡਣੇ, ਪੀਚੋ ਬੱਕਰੀ ਵਿੱਚ ਨੱਚਣਾ ਟੱਪਣਾ। ਕਦੇ ਕਦੇ ਟਿੱਕੀ ਦੁਪਹਿਰ ਵਿੱਚ ਕੁਸਰ ਮੁਸਰ ਕਰਦੇ ਰਹਿਣਾ। ਪਿਓ ਨੇ ਕਦੇ ਘੁਰਕੀ ਮਾਰਨੀ, ਅਸੀਂ ਦੋਵਾਂ ਨੇ ਛਹਿ ਕੇ ਬਹਿ ਜਾਣਾ। ਘੂਰੇ ਤੋਂ ਹੌਲੀ ਹੌਲੀ ਡੁਸਕਣਾ, ਬਿਨ ਹੰਝੂਆਂ ਦੇ ਰੋਣਾ ਤੇ ਹੰਝੂ ਛਪਾਉਣੇ, ਹੌਲੀ ਹੌਲੀ ਹੱਸਣਾ ਤੇ ਸਿਰਫ ਮੁਸਕਰਾਉਣਾ। ਪਿਤਾ ਤੇ ਭਰਾ ਠਾਕੇ ਮਾਰ-ਮਾਰ ਹੱਸਦੇ। ਭੈਣ ਵੱਡੀ ਹੋਈ ਥੋੜ੍ਹੀ, ਪਰ ਪਿਤਾ ਤੇ ਭਰਾ ਨੂੰ ਕੁਝ ਜ਼ਿਆਦਾ ਹੀ ਵੱਡੀ ਲੱਗਣ ਲੱਗੀ। ਉਸ ਨੂੰ ਘਰੋਂ ਬਾਹਰ ਜਾਣ ਦੀ ਮਨਾਹੀ ਹੋ ਗਈ। ਘਰ ਹੀ ਰਹਿਣ, ਕੰਮ ਕਰਨ ਤੇ ਖੇਡਣ ਦਾ ਹੁਕਮ ਸੁਣਾਇਆ ਗਿਆ। ਮੈਂ ਵੀ ਘਰੋਂ ਬਾਹਰ ਜਾਣਾ ਛੱਡ ਦਿੱਤਾ। ਅਸੀਂ ਦੋਵੇਂ ਸਾਰਾ ਦਿਨ ਘਰ ਰਹਿੰਦੇ, ਕੰਮ ਕਰਦੇ, ਇਕੱਠੇ ਖੇਡਦੇ, ਇਕੱਠੇ ਪੜ੍ਹਦੇ। ਉਹ ਕੰਘੀ ਲੈ ਮੇਰੇ ਵਾਲਾਂ ਵਿੱਚ ਫੇਰਦੀ। ਮੇਰੀ ਭੈਣ ਦੇ ਨਾਲ ਨਾਲ ਮੇਰੇ ਅੰਦਰਲੀ ਕੁੜੀ ਜਵਾਨ ਹੋ ਰਹੀ ਸੀ। ਉਹ ਕੁੜੀ ਹਾਲੇ ਵੀ ਮੇਰੇ ਅੰਦਰ ਜਿਉਂਦੀ ਹੈ। ਉਹ ਸਭ ਜੋ ਮੇਰੀ ਮਾਂ ਨੇ ਮੈਨੂੰ ਬਣਾਇਆ ਸੀ, ਉਹ ਸਭ ਜੋ ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ, ਸਭ ਮੇਰੇ ਅੰਦਰ ਜਿਉਂਦਾ ਹੈ। ਉਹ ਸਭ ਗੱਲਾਂ ਜੋ ਮੈਂ ਤੇ ਮੇਰੀ ਭੈਣ ਨੇ ਕੀਤੀਆਂ, ਖੇਡਾਂ ਜੋ ਮੈਂ ਤੇ ਮੇਰੀ ਭੈਣ ਨੇ ਖੇਡੀਆਂ, ਉਹ ਦੁੱਖ ਜੋ ਅਸੀਂ ਦੋਵਾਂ ਨੇ ਇਕੱਠੇ ਮਹਿਸੂਸੇ, ਉਹ ਪੜ੍ਹਾਈ ਜੋ ਅਸੀਂ ਮਿਲ ਕੇ ਕੀਤੀ, ਉਹ ਯਾਤਰਾ ਜੋ ਅਸੀਂ ਦੋਵਾਂ ਨੇ ਰਲ ਕੇ ਕੀਤੀ, ਸਭ ਮੇਰੇ ਅੰਦਰ ਜਿਉਂਦਾ ਹੈ। ਅੱਜ ਉਹ ਸਭ ਚਾਹੁੰਦਾ ਹੈ ਕਿ ਮੈਨੂੰ ਵੀ ਕੌਮਾਂਤਰੀ ਮਹਿਲਾ ਦਿਵਸ ਦੀਆਂ ਮੁਬਾਰਕਾਂ ਕਹੀਆਂ ਜਾਣ। ਉਹਨਾਂ ਸਭਨਾਂ ਅੰਦਰਲੀਆਂ ਔਰਤਾਂ ਨੂੰ ਇਹ ਦਿਨ ਮੁਬਾਰਕ ਹੋਵੇ, ਜਿਨ੍ਹਾਂ ਅੰਦਰ ਉਹਨਾਂ ਦੀਆਂ ਮਾਵਾਂ, ਭੈਣਾਂ, ਪਤਨੀਆਂ ਜਿਉਂਦੀਆਂ ਨੇ, ਜਿਨ੍ਹਾਂ ਅੰਦਰ ਉਹਨਾਂ ਦੀਆਂ ਧੀਆਂ ਖੇਡਦੀਆਂ ਨੇ, ਜਿਨ੍ਹਾਂ ਅੰਦਰ ਉਹਨਾਂ ਦੀਆਂ ਪ੍ਰੇਮਿਕਾਵਾਂ ਮਹਿਕਦੀਆਂ ਨੇ। ਸਭਨਾਂ ਨੂੰ ਇਸ ਦਿਨ ਦੀ ਮੁਬਾਰਕ ਹੋਵੇ। ਇਹ ਦਿਨ ਸਭ ਔਰਤਾਂ ਲਈ ਹੈ, ਸਭ ਬਾਹਰ ਵੱਸਦੀਆਂ ਤੇ ਅੰਦਰ ਧੜਕਦੀਆਂ ਔਰਤਾਂ ਲਈ। ਇਹ ਦਿਨ ਸਭ ਨੂੰ ਮੁਬਾਰਕ ਹੋਵੇ। ਇਹਦਾ ਨਾਂ ਹੈਗਾ ਆਪਣੀਆਂ ਸ਼ਕਤੀਆਂ ਦਾ ਗੀਤ। ਛੋਟੇ ਵੱਡੇ ਜ਼ਖਮਾਂ ਸੰਗ ਲੜਦੇ, ਡਿੱਗਦੇ ਢਹਿੰਦੇ ਉੱਠਦੇ ਖੜਦੇ, ਆਪਣੇ ਉੱਤੇ ਸਖਤੀਆਂ ਕਰਦੇ, ਹਾਰਾਂ ਵਿੱਚੋਂ ਜਿੱਤਾਂ ਘੜਦੇ, ਭਾਵਹੀਣ ਜਿਹੀ ਹੋ ਕੇ ਬਹਿ ਗਏ। ਛੋਟੇ ਵੱਡੇ ਜ਼ਖਮਾਂ ਸੰਗ ਲੜਦੇ, ਡਿੱਗਦੇ ਢਹਿੰਦੇ ਉੱਠਦੇ ਖੜਦੇ, ਆਪਣੇ ਉੱਤੇ ਸਖਤੀਆਂ ਕਰਦੇ, ਹਾਰਾਂ ਵਿੱਚੋਂ ਜਿੱਤਾਂ ਘੜਦੇ, ਭਾਵਹੀਣ ਜਿਹੇ ਹੋ ਕੇ ਬਹਿ ਗਏ। ਸਭ ਨੂੰ ਲੱਗਦਾ ਭਾਵ ਤੋਂ ਸੱਖਣੇ, ਦਿਲ ਦੇ ਅੰਦਰ ਖਾਲੀ ਰੱਖਣੇ, ਲਿਖਣਾ ਹੋਏ ਨਾ ਹੀ ਲਿਖਣੇ, ਆਪਣੇ ਗਮ ਸੀ ਆਪੇ ਸਹਿ ਗਏ। ਕਿਸੇ ਨੂੰ ਨੇੜੇ ਆਉਣ ਨਾ ਦਿੱਤਾ, ਚਾਹੁੰਦਿਆਂ ਨੂੰ ਵੀ ਚਾਹੁਣ ਨਾ ਦਿੱਤਾ, ਨਗਮਾ ਆਪਣਾ ਗਾਉਣ ਨਾ ਦਿੱਤਾ, ਆਵਾਜ਼ਾਂ ਮਾਰ ਬੁਲਾਉਣ ਨਾ ਦਿੱਤਾ, ਖੁਦ ਆਪਣੇ ਰਾਹਾਂ ਵਿੱਚ ਬਹਿ ਗਏ। ਸਖਤੀ ਮੂੰਹ ਤੋਂ ਝਲਕਾਂ ਮਾਰੇ, ਬੋਲਾਂ ਵਿੱਚ ਭਰ ਗਏ ਅੰਗਾਰੇ, ਜਿੱਤਦੇ ਹੋਏ ਵੀ ਹਾਰੇ ਹਾਰੇ, ਅੰਦਰ ਨਜ਼ਾਕਤ ਆਵਾਜ਼ਾਂ ਮਾਰੇ, ਤੀਰ ਜੋ ਮਾਰੇ ਸੀਨੇ ਲੈ ਗਏ। मैं कुमार कृष्ण मेरे दोस्त ने है ना, मतलब ਅਸੀਂ ਇਹਨਾਂ ਦੀ ਕਵਿਤਾ ਸੁਣੀ ਤਾਂ ਸਰ ਨੇ ਕਿਹਾ ਬੱਚਿਆਂ ਨੂੰ ਸੁਣਾਉਣਾ ਬਹੁਤ ਜ਼ਰੂਰੀ ਹੈ। मैं हिंदी च लिखना तो मैं अगर कोई शब्द दिक्कत होएगी तो मैनू पूछ लियो। कई बार होंदा ऐसा वर्ड ना कि नहीं पता चले। पहले सब तो पहले सर की फरमाइश है कि कविता है हाँ हकलाता हूँ मैं, हाँ हकलाता हूँ मैं। बात करते करते अक्सर एक ही शब्द पर अटक जाता हूँ मैं। तमाम अभ्यास होमवर्क के बाद भी मैं रुक ही जाता हूँ किसी न किसी शब्द पर। कभी करता हूँ गला दुरुस्त, भींचता हूँ मुट्ठियाँ, मारता हूँ माथे पर हाथ, फिर भी मेरे गले में फंस ही जाते हैं कुछ शब्द जो छोड़ते नहीं मेरी ज़ुबान। ठीक पहचाना आपने, हकलाता हूँ मैं। ठीक पहचाना आपने, हकलाता हूँ मैं। ऐसे कितने सवाल जो मैं पूछना चाहता था नहीं पूछ पाया।
ऐसी नौकरियों के लिए नहीं कर पाया आवेदन जिनके लिए ज़रूरत थी कड़क रोबदार आवाज़ में बिना रुके बोलने की। बचपन से ही गांव के लोग बोलते हैं थथा हूं मैं, हमारे डोगरी च अटकन वाले थथा कहते हैं। बचपन से ही गांव के लोग बोलते थे थथा हूं मैं। समाज के लिए कितना श्रापित होता है थथा, मुझे ये तब पता चला जब मेरे बेटे ने शुरू किया ही था बोलना, और मेरे पिता ये जानने के लिए बेचैन थे कहीं उनका पोता भी तो अपने बेटे की तरह नहीं अकलाता। समाज के लिए कितना श्रापित होता है थथा, मुझे ये तब पता चला जब मेरे बेटे ने शुरू किया ही था बोलना, और मेरे पिता ये जानने के लिए बेचैन थे कहीं उनका पोता भी तो उनके बेटे की तरह नहीं अकलाता। स्कूल में, कॉलेज में, चौपाल पर, ऑफिस में, इस जगह उस जगह, सामने, पीठ पीछे कितनों ने हंसा है मुझ पर। कितने ही अभिनेताओं, पटकथाकारों, निर्माताओं ने हंसने हंसाने के लिए बनाया मेरे हकलाने को अपना माध्यम। किस किस ने उड़ाया मेरा मजाक, किस किस ने उड़ाया मेरा मजाक, कौन कौन हंसा मुझ पर, किस किस ने पिघलाया मेरा आत्मविश्वास, मुझे नहीं याद, मुझे नहीं याद, मैंने याद भी नहीं रखा, सिवाय इसके कि इस दुनिया में हर कोई हकलाता है, सिवाय इसके कि इस दुनिया में हर कोई हकलाता है। कोई मेरी तरह ना चाहते हुए भी अपनी ज़ुबान से, तो कोई आत्मसमर्पण कर हकलाता है अपने घुटनों से, रीढ़ से, दिमाग से। बहुत अच्छे, बहुत अच्छे। 4-5 साल पहले जम्मू का एक ज़िला है कठुआ, वहाँ पे एक बकरवाल लड़की थी आसिफा, आपने सुना होगा उसका मामला। हाँ, यह कविता उसका समर्पित है आसिफा के लिए। छुट्टी कर घर लौटी मेरी 6 साल की बेटी, बता रही है गुड टच बैड टच के बारे में, जो वह स्कूल से सीख कर आई है। बहुत अच्छे। गुड टच बैड टच। छुट्टी कर घर लौटी मेरी 6 साल की बेटी, बता रही है गुड टच बैड टच के बारे में, जो वह स्कूल से सीख कर आई है। बेटी की बातों ने मुझे निवस्त्र कर दिया है। ऐसा लगा जैसे मैं अपने से 36 साल छोटी बेटी के सामने नंगा खड़ा हो गया हूँ, और किसी ईश्वर खुदा के पास नहीं बचा इतना कपड़ा जो मेरे बच्चों के सामने मुझे नंगा होने से बचा सके। बहुत अच्छे। मंदिरों मस्जिदों से भरे मेरे देश के बच्चे लड़ रहे हैं युद्ध, बहा रहे हैं लहू, दे रहे हैं शहादत उस ईश्वर के खिलाफ जो सबसे शक्तिशाली कुर्सी पर बैठ अपने स्वार्थ साधता है। ये दिली तमन्ना है बच्चों के खिलाफ चल रहे इस युद्ध में, हे ईश्वर तेरी हार हो, जीत जाएं बच्चे। ये दिली तमन्ना है बच्चों के खिलाफ चल रहे युद्ध में, हे ईश्वर तेरी हार हो, जीत जाएं बच्चे। जीत जाएंगे बच्चे तो बचा रहेगा विश्वास, बचा रहेगा दुलार, बची रहेगी शर्म, और हमारे तन पर बचा रहेगा 2 गज कपड़ा। बहुत अच्छे, बहुत अच्छे। एक स्वामी जी की फरमाइश है, जीने के 100 विकल्प। और एक बात मैं बताऊं, जो कविता मेरी होती है कहीं ना कहीं सच्ची घटना। अब ये जीने के 100 विकल्प पे कविता है। स्वामी जी इजाज़त है। मरने से पहले सैनिक ने किसको याद किया होगा? मरने से पहले सैनिक ने किसको याद किया होगा? ईश्वर को, देश को, बटालियन को, गांव को, मकान से दिखने वाले तारों को, बूढ़ी माँ की झुर्रियों को, इंतज़ार करती पत्नी की आंखों को, या अपने बेटे को जिसमें शहीद अपनी जवानी जीना चाहता था। मरने से पहले सैनिक ने किसको गालियां निकाली होंगी? मरने से पहले सैनिक ने किसको गालियां निकाली होंगी? अपने आप को, गरीबी और बेबसी को, गोलियां बरसाते दुश्मन को, राजनीति और राजनेताओं को, दहेज के लोभी बहन के ससुराल को, मौत के फरिश्तों को, या उस बेहतर जीवन जीने के सपने को जो वह बचपन से देखता आया था। मरने से पहले सैनिक ने क्या सोचा होगा? मरने से पहले सैनिक ने क्या सोचा होगा
काश वह अंतिम बार पत्नी को बता पाता वह उससे कितना प्यार करता है। वह छोटा गर्म स्कार्फ इस बार सर्दियों में बेटी को पहना आता जो उसने कुछ दिन पहले खरीदा था। माँ को बता पाता वह ना रोए। सरकार से मिलने वाले पैसे बेटे की भरपाई कर देंगे, या उस जिगरी दोस्त के बारे में जिससे वह गले लग जी भर के रो सके। सैनिक ने मरने से पहले क्या सपना देखा होगा? सैनिक ने मरने से पहले क्या सपना देखा होगा? बाप का सीना कमजोर पसलियों के बावजूद बाहर निकल आया होगा। मरणोपरांत कोई मेडल उसके परिवार को दे दिया जाएगा। उसकी शहादत को महामंडित कर कसीदे पढ़े जाएंगे, या सीमा के दोनों ओर तैनात सैनिकों की घृणा मोहब्बत में बदल जाएगी। सैनिक आखिर किसके लिए और क्यों मरा? सैनिक आखिर किसके लिए और क्यों मरा? शहीद खेतों में हल चलाकर, किसी सड़क किनारे पत्थर तोड़, किसी बड़े आदमी की जी हुजूरी कर, जिंदाबाद कर, मुर्दाबाद कर, किसी की जेब काट, लूट कर, किसी को मार कर 2 वक्त का खाना पैदा कर सकता था। दुश्मनों से लड़ रहे, चारों तरफ से फंसे सैनिक के पास शहादत भले ही एक विकल्प था। अगर वह चाहता तो उसके पास जीने के 100 विकल्प थे। उसके पास जीने के 100 विकल्प थे। वह पेड़ जिसे मैं सबसे ज़्यादा प्रेम करता था, वह पेड़ जिसे मैं सबसे ज़्यादा प्रेम करता था, वह पेड़ जिसको मैं सबसे ज़्यादा प्रेम करता था, विकास के नाम पे उस समय काटा गया जब मुझे उसकी सबसे ज़्यादा ज़रूरत थी। वह पेड़ जिसको मैं सबसे ज़्यादा प्रेम करता था, विकास के नाम पे उस समय काटा गया जब मुझे उसकी सबसे ज़्यादा ज़रूरत थी। जम्मू अखनूर सड़क किनारे यूकेलिप्टस का विशाल पेड़ जिसके नीचे खड़ा हूँ मैं घंटों तुम्हारा इंतज़ार करता था, विकास के नाम पर उस दिन काटा गया जिस दिन लाखों आदिवासियों को जंगल से बाहर निकाले जाने की खबर आई थी। पुलवामा में जवानों के शहीद होने, जंगी जहाज़ों के बम गिराने, सीमा पर बसे लोगों के बेमौत मरने से कुछ ही दिन पहले काट दिया गया वह पेड़ जिसे मैंने बहुत प्यार करना था। सोचता हूं जिन इलाकों से बेदखल होंगे आदिवासी, वहां काटे जाएंगे कितने पेड़। जिधर गिरे होंगे जंगी जहाज़ों के गोले, वहां पेड़ कितने होंगे छलनी। सीमा पर जब फटता होगा मोर्टार, कितने पेड़ों की जाती होगी जान। एलओसी पर होने वाली फायरिंग से घबराई अपनी 6 साल की बेटी को उस पेड़ के कटे तने के पास ले जाकर सोचता हूं, दुनिया से छींचते जाते प्रेम को बनाए रखने के लिए जरूरी है ऐसे पेड़ों का होना। थोड़ी देर रुककर बेटी से कहता हूं, अगर मेरे बस में हुआ तो अगले जन्म में बनना चाहूँगा एक बड़ा सा पेड़ जिसके नीचे तुम खड़ा होकर इंतज़ार नहीं मिला करना उससे जो तुम्हें सबसे ज़्यादा प्रेम करता हो, जो तुम्हें सबसे ज़्यादा प्रेम करता हो। ये जो कश्मीरी पंडित विस्थापित हैं उनके एक लीडर हैं अग्निशेखर। पन्नून कश्मीर उनका एक संगठन है, उनके लिए काम करता है और वो कवि भी हैं, बहुत हिंदी के जाने माने कवि हैं। यह है अग्निशेखर कवि के लिए, उनको समर्पित। ये जो भी लोग विस्थापन झेल रहे हैं, ये कविता उनके लिए। ये जो खंडर नुमा टूटे मकान देख रहे हो, कश्मीरी पंडितों के हैं। ये जो टूटे खंडर नुमा मकान देख रहे हो, कश्मीरी पंडितों के हैं। इसी हिस्से में रहते थे पंडित, इसको बटपोरा भी कहते हैं। रमीज़ ने अपना गांव दिखाते हुए हर चीज़ बताई थी विस्तार से। रमीज़ को साथ ले मैं बड़ा आगे टूटे मकान की ओर, रमीज़ को साथ ले मैं बड़ा आगे टूटे मकान की ओर, बिना दरवाजे वाली चौखट से झिझकता हुआ घुसा अंदर। मेरे जीवन का ये पहला मौका था जब मैं बिना दरवाज़ा खटखटाए किसी के घर में घुसा था। सबसे पहले आया बड़ा सा कमरा, सबसे पहले आया बड़ा सा कमरा, शायद ड्राइंग रूम रहा होगा। एक तरफ सोई, सामने पूजा का कमरा, दीवार पर टंगा सन 90 का भगवान शिव का कैलेंडर, जमीन पर गिरा पड़ा था चंदन का छोटा टुकड़ा।
आगे दूसरा कमरा जिसकी अब आधी छत नहीं थी, आगे दूसरा कमरा जिसकी अब आधी छत नहीं थी, शायद बेडरूम रहा होगा। कमरे के सामने की दीवार पर नजर गई क्या टिक गई, लिखा था वसीम लब साइमा, रुखसाना लब तारिक, फारूक लब मुमताज। आगे दूसरा कमरा आया जिसकी अब आधी छत नहीं थी, शायद बेडरूम रहा होगा। सामने की दीवार पे नजर गई क्या टिक गई, लिखा था वसीम लब साइमा, रुखसाना लब तारिक, फारूक लब मुमताज। मैं हंसा, जोर से हंसा, याद आए मेरे अग्रज कवि अग्निशेखर। अग्निशेखर जी, नफरत ने भले ही छीन ली हो आपसे आपकी नदी, अग्निशेखर जी, नफरत ने भले ही छीन ली हो आपसे आपकी नदी, आपको फिरन में छुपा कर लानी पड़ी हो अपने गांव की मिट्टी। अग्निशेखर जी, नफरत ने भले ही छीन ली हो आपसे आपकी नदी, आपको फिरन में छुपा कर लानी पड़ी हो अपने गांव की मिट्टी। फिर भी आपके गिरते जर्जर मकान बारूद की घाटी में सिखा रहे हैं मोहब्बत का सलीका। धन्य हैं आपके टूटते गिरते मकान, दम घोटू हवा में भी दे रहे हैं इतनी जगह जिसमें प्यार भरे दो दिल मिल सकते हैं शांति से। अग्निशेखर जी, एक दिन जब आप जाएंगे वापस, नहीं गिराना उस दीवार को, संभाल कर रखना धरोहर की तरह। ये दीवार बताएगी आने वाली नस्लों को कैसे एक दर बदर पीढ़ी के खंडर मकानों ने मोहब्बत को उंगली पकड़ सिखाया लहू के दरिया पार करना। ये विश्वास है मिट्टी में मिले उस मकान का, ये विश्वास है मिट्टी में मिले उस मकान का। एक दिन उसके आंगन में लगेगा मेला, फिर उतारी जाएगी आरती, फिर खेलेंगे बच्चे। अग्निशेखर जी, आपकी बार अगर मैं आया तो दरवाज़ा ज़रूर खटखटाऊंगा, तो दरवाज़ा ज़रूर खटखटाऊंगा।